ਲੁਧਿਆਣਾ ਖਬਰਨਾਮਾ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਗਗਨ ਬੇਦੀ ਤੇ ਸਭ ਤੋਂ ਪਹਿਲਾਂ ਨਜ਼ਰ ਪਾਉਂਦੇ ਹਾਂ ਹੈਡਲਾਈਨਸ ਦੇ ਉੱਤੇ। ਲੁਧਿਆਣਾ ਦੇ ਬਚਤ ਭਵਨ ਦੇ ਵਿੱਚ ਵਿਕਾਸ ਕਾਰਜਾਂ ਨੂੰ ਲੈ ਕੇ ਹੋਈ ਬੈਠਕ। ਰਵਨੀਤ ਬਿੱਟੂ, ਵਿਧਾਇਕ ਗੋਗੀ ਸਮੇਤ ਕਈ ਅਧਿਕਾਰੀ ਰਹੇ ਮੌਜੂਦ। ਰੇਤ ਮਾਫੀਆ ਦੇ ਮੁੱਦੇ ਤੇ ਬੋਲੇ ਗੁਰਪ੍ਰੀਤ ਗੋਗੀ। ਰਵਨੀਤ ਬਿੱਟੂ ਨੇ ਆਮ ਆਦਮੀ ਪਾਰਟੀ ਤੇ ਸਾਧੇ ਨਿਸ਼ਾਨੇ। पब्लिक एक्शन कमेटी के मैंबरों ने पीपीसीबी के अधिकारियों ते लाए इल्जाम। पीपीसीबी के अधिकारियों खिलाफ FIR दर्ज करने की की दरखास्त। कहा अधिकारियों की अणगहली करके बुढ़ा दरिया हो रहा है जहरीला। रायकोट के 16 साल नौजवान की कनेडा च हत्या। तेजधार हथियारों के नाल पंजाबी मूल के नौजवानों ने ही की वारदात। परिवार ते टुटिया दुखों का पहाड़। कनेडा पुलिस ने मुलजम किए गिरफ्तार। पंजाबी भवन दे विच करवाया गया कवि दरबार। करीब 52 कवियां ते कवित्रियां ने लिया हिस्सा। मुख मेहमान के तौर पर कई आगू रहे मौजूद। सेलिब्रेशन क्लब ने लुधियाना च करवाया डांडिया इवेंट। शहर दी करीब 100 औरतां ने लिया हिस्सा। अपनी खुशी का कीता प्रगटावा। ਤੇ ਬੁਲਟਨ ਦੀ ਸ਼ੁਰੂਆਤ ਕਰਦੇ ਹਾਂ। ਲੁਧਿਆਣਾ ਦੇ ਸਥਾਨਕ ਬਚਤ ਭਵਨ ਦੇ ਵਿੱਚ ਵਿਕਾਸ ਕਾਰਜਾਂ ਨੂੰ ਲੈ ਕੇ ਇੱਕ ਮਹੱਤਵਪੂਰਨ ਮੀਟਿੰਗ ਕੀਤੀ ਗਈ, ਜਿਸ ਵਿੱਚ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਅਤੇ ਕਈ ਵਿਧਾਇਕ ਮੌਜੂਦ ਰਹੇ। ਇਸ ਬੈਠਕ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ तमाम ਮੁੱਦਿਆਂ ਤੇ ਬੋਲਦੇ ਨਜ਼ਰ ਆਏ ਅਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਗੁਰਪ੍ਰੀਤ ਗੋਗੀ ਨੇ ਕਿਹਾ ਕਿ ਰੇਤ ਮਾਫੀਆ ਦੇ ਜੋ ਵੀ ਦੋਸ਼ੀ ਨੇ ਉਹਨਾਂ ਦੇ ਖਿਲਾਫ ਕਾਰਵਾਈ ਸਖਤ ਕੀਤੀ ਜਾਵੇਗੀ। ਉੱਥੇ ਮੀਟਿੰਗ ਤੋਂ ਬਾਅਦ NCLP ਸਕੂਲ ਦੀਆਂ ਟੀਚਰਾਂ ਨੇ ਵਿਧਾਇਕ ਗੁਰਪ੍ਰੀਤ ਗੋਗੀ ਅਤੇ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਦੇ ਨਾਲ ਮੁਲਾਕਾਤ ਕੀਤੀ, ਜਿਸ ਦੇ ਵਿੱਚ ਉਹਨਾਂ ਵੱਲੋਂ ਅਧਿਆਪਕਾਂ ਦੀਆਂ ਰੁਕੀਆਂ ਤਨਖਾਹਾਂ ਨੂੰ ਜਲਦ ਦਿਵਾਉਣ ਦੀ ਗੱਲ ਆਖੀ ਗਈ। ਉਦੋਂ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਨੇ ਵੀ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ ਅਤੇ ਕਿਹਾ ਕਿ ਹਾਲੇ ਆਮ ਆਦਮੀ ਪਾਰਟੀ ਨੂੰ ਸੱਤਾ ਵਿੱਚ ਆਏ ਥੋੜਾ ਸਮਾਂ ਹੋਇਆ ਅਤੇ ਇਸ ਦੇ ਲਈ ਉਹ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ। ਇਸ ਦੇ ਨਾਲ ਹੀ ਚੰਡੀਗੜ੍ਹ ਦੇ ਮੁੱਦੇ ਨੂੰ ਲੈ ਕੇ ਰਵਨੀਤ ਬਿੱਟੂ ਨੇ ਸਾਫ਼ ਕੀਤਾ ਕਿ ਚੰਡੀਗੜ੍ਹ ਪੰਜਾਬ ਦਾ ਹੈ ਅਤੇ ਹਮੇਸ਼ਾ ਪੰਜਾਬ ਦਾ ਰਹੇਗਾ। 31 ਮਾਰਚ 2021 ਨੂੰ ਸਕੂਲ ਬੰਦ ਕਰ ਦਿੱਤੇ ਗਏ ਸੀ ਜੀ। ਸਾਨੂੰ ਹੁਣ ਪਤਾ ਲੱਗਿਆ ਵਾ, ਉਹ ਵੀ ਅਸੀਂ ਇੰਨੇ ਯਤਨ ਕੀਤੇ ਨੇ ਕਿ ADC ਦਫ਼ਤਰ ਦੇ ਮੂਹਰੇ ਜਾ DC ਦਫ਼ਤਰ ਦੇ ਮੂਹਰੇ ਜਾ ਕੇ ਇਹਨਾਂ ਨੇ ਹੁਣ ਸਾਨੂੰ ਦੱਸਿਆ, ਉਹ ਵੀ ਸਾਨੂੰ ਪਤਾ ਲੱਗਣ ਤੋਂ ਬਾਅਦ ਰਵੀ ਕੁਮਾਰ ਜੀ ਨਾ ਸੈਕਸ਼ਨ ਅਫਸਰ ਨੇ ਉੱਥੇ ਦਿੱਲੀ ਦੇ ਵਿੱਚ, ਇਹ ਸਾਡੇ ਲੇਬਰ ਪ੍ਰੋਜੈਕਟ ਦੇ, ਉਹਨਾਂ ਨੇ ਸਾਨੂੰ ਫੋਨ ਤੇ ਗੱਲ ਕੀਤੀ ਤਾਂ ਉਹਨਾਂ ਨੇ ਸਾਨੂੰ ਰਾਬਤਾ ਦੱਸਿਆ ਪੂਰਾ ਇਹ ਵੀ ਇੱਦਾਂ ਦਾ ਕਰਕੇ ਸਕੂਲ ਦੀ ਤੁਹਾਡੇ 31 ਮਾਰਚ 2021 ਤੋਂ ਬੰਦ ਨੇ। ਅਸੀਂ ਤਾਂ ਸਰ ਕਹਿੰਦੇ ਜੀ ਸਾਡੇ ਪ੍ਰੋਜੈਕਟ ਦੁਬਾਰਾ ਚਲਾਏ ਜਾਣ। ਅਸੀਂ ਇਕੱਲੇ ਸਫਰ ਅਸੀਂ ਨਹੀਂ ਕਰ ਰਹੇ, ਬੱਚੇ ਵੀ ਸਫਰ ਕਰ ਰਹੇ ਨੇ। 9 ਤੋਂ 14 ਸਾਲ ਦੇ ਬੱਚੇ ਨੇ ਜਿਹੜੇ ਦੂਸਰੇ ਸਰਕਾਰੀ ਸਕੂਲ 'ਚ ਨਹੀਂ ਲੈਂਦੇ। ਪਹਿਲੀ ਦੇ ਵਿੱਚ 5 ਜਾਂ 6 ਸਾਲ ਦਾ ਬੱਚਾ ਲੈਂਦੇ ਨੇ ਜੀ। ਜੇ 5 ਤੇ 6 ਸਾਲ ਦਾ ਉਮਰ ਦਾ ਬੱਚਾ ਪਹਿਲੀ 'ਚ ਬੈਠਾ ਵਾ ਤੇ ਇਹ ਤੇ 9 ਤੋਂ 14 ਦੇ ਵਿੱਚ ਤਾਂ ਪਹਿਲੀ 'ਚ ਬੈਠੇਗਾ ਤਾਂ ਕੀ ਹੋਏਗਾ? अपराध बढ़ेगा बच्चे। हाँ जी, एक केंद्र का हवाला देता है, केंद्र सरकार का प्रोजेक्ट। सर देखो केंद्र सरकार ने हवाला ही दिंदे ने क्योंकि ना इन्हें पल्ला झाड़ना हुंदा है। सरकार केंद्र सरकार चला रही सी, फीड तो इधरों ही आ रही सी ना पंजाब गवर्नमेंट तो। सर ਅਸੀਂ MLA सर ਨੂੰ ਮਿਲੇ ਆ ਬਹੁਤ, ਯਾਨੀ ਕਿ ਆਪਣੇ ਆਪਣੇ ਮਹੱਲਿਆਂ ਦੇ ਵਿੱਚ ਜਿਹੜੇ ਸਾਈਡ ਦੇ ਲੱਗਦੇ ਨੇ ਅਸੀਂ ਏਰੀਆ ਦੇ ਮਿਲੇ ਆ। ਕਿੰਨੀ ਵਾਰ ਮੀਟਿੰਗਾਂ ਕਰ ਚੁੱਕੇ ਹੋ ਤੁਸੀਂ? ਸਰ ਕਾਫੀ ਹੱਦ ਤੱਕ ਹੋ ਚੁੱਕੀਆਂ ਨੇ। ਸਰ ਉਹ ਕਹਿੰਦੇ ਅਸੀਂ ਕਰਾਂਗੇ ਜੀ, ਅਸੀਂ ਗੱਲ ਪਹੁੰਚਾਵਾਂਗੇ ਤੁਹਾਡੀ, ਪਰ ਜੇ ਮੈਡਮ ਜੇ ਨਹੀਂ ਆਵਾਜ਼ ਸੁਣਾਈ ਜਾਂਦੀ ਤੁਹਾਡੀ ਸੁਣੀ ਜਾਂਦੀ ਤਾਂ ਕੀ ਅੱਗੇ ਦਾ ਸਾਰੇ ਬੱਚਿਆਂ ਸਮੇਤ ਅਸੀਂ ਧਰਨਾ ਕਰਾਂਗੇ ਇੱਥੇ ਪੂਰਾ। ਜਿਹੜੀ ਦਿਸ਼ਾ ਕਮੇਟੀ ਦੀ ਮੀਟਿੰਗ ਹੋਈ ਆ 3 ਮਹੀਨੇ ਸਾਲ 'ਚ 3 ਮਹੀਨੇ ਬਾਅਦ ਹੋਣੀ ਚਾਹੀਦੀ ਆ, ਜੋ ਕਿ ਪਹਿਲੀ ਗੱਲ ਹੋਈ ਲੇਟ ਆ, 9 ਮਹੀਨੇ ਬਾਅਦ ਹੋਈ ਆ। ਮਾਨਯੋਗ ਚੇਅਰਮੈਨ ਸਾਹਿਬ ਨੇ 9 ਮਹੀਨੇ ਬਾਅਦ ਬੁਲਾਈ ਆ। ਸ਼ੁਕਰ ਆ, ਚਲੋ ਦੇਰ ਆਏ ਦਰੁਸਤ ਆਏ।
ਕੋਈ ਗੱਲ ਨਹੀਂ, ਜੋ ਸ਼ਹਿਰ ਦੀਆਂ ਪ੍ਰੋਬਲਮ ਸੀਗੀਆਂ ਹੈਲਥ ਰਿਲੇਟਡ ਸੀ, ਆਂਗਨਵਾੜੀ ਬਾਰੇ ਸੀ ਜਾਂ ਮਿਡ ਡੇ ਮੀਲ ਬਾਰੇ ਜੋ ਪ੍ਰੋਬਲਮ ਸੀਗੀਆਂ ਉਹ ਅਸੀਂ ਜਾਣੂ ਕਰਵਾਇਆ ਵੀ ਕਿਸ ਤਰੀਕੇ ਨਾਲ ਸ਼ਹਿਰ ਦੇ ਵਿੱਚ ਮਿਸਮੈਨੇਜਮੈਂਟ ਹੈਗੀ ਹੈ ਹਰ ਚੀਜ਼ ਦੀ, ਇਹਨੂੰ ਕਿਸ ਤਰੀਕੇ ਨਾਲ ਸੁਚਾਰੂ ਢੰਗ ਦੇ ਨਾਲ ਲੈ ਕੇ ਆਉਣਾ ਹੈ। ਉਹ ਅਸੀਂ ਸਾਰੇ ਵਿਚਾਰ ਆਪਣੇ ਰੱਖੇ ਆ, ਔਨ ਪ੍ਰੋਸੀਡਿੰਗ ਲੈ ਕੇ ਆਏ ਆ ਔਰ ਇੱਕ ਟਾਈਮ ਫਰੇਮ ਕੀਤਾ ਗਿਆ, ਦੱਸਿਆ ਗਿਆ ਵੀ ਇੰਨੇ ਦਿਨਾਂ ਵਿੱਚ ਇਹ ਸਾਨੂੰ ਇਹਦੀ ਇਤਲਾਹ ਦਿੱਤੀ ਜਾਵੇ। ਉਹ ਸਾਰਾ ਕੁਝ ਅਸੀਂ ਹੁਣ ਗੱਲ ਕਰਕੇ ਆ ਰਹੇ ਹਾਂ। ਕਿਉਂਕਿ ਜਿਹੜੀਆਂ ਕਮੀਆਂ ਤਾਂ ਉਹਨਾਂ ਦਾ ਹੱਲ ਕਦੋਂ ਹੋਊਗਾ ਉਹਦੇ ਬਾਰੇ ਵੀ ਨਾਲ ਦੱਸੋ। ਦੇਖੋ ਕਮੀਆਂ ਹੀ ਕਮੀਆਂ ਨੇ। ਤੁਸੀਂ ਇੱਕ ਸਿਵਲ ਹਸਪੀਟਲ ਦੀ ਕਮੀ ਮੈਂ ਸਿਵਲ ਹਸਪੀਟਲ ਦਾ ਤੁਸੀਂ ਮੈਂ ਦੱਸ ਹੀ ਦਿੱਤਾ ਵੀ ਬੁੱਚੜਖਾਨਾ ਬਣਿਆ ਹੈ, ਕੋਈ ਹਸਪੀਟਲ ਤਾਂ ਹੈ ਹੀ ਨਹੀਂ ਹੈਗਾ। ਜੋ ਗੱਲਾਂ ਖੁੱਲ੍ਹ ਕੇ ਕੀਤੀਆਂ ਨੇ, ਕਿਸੇ ਦੇ ਦਬਾਅ ਥੱਲੇ ਪ੍ਰੈਸ਼ਰ ਥੱਲੇ ਥੋੜੀ ਕੀਤੀਆਂ ਨੇ, ਜੋ ਸੱਚਾਈ ਹੈ ਗ੍ਰਾਸ ਰੂਟ ਤੇ ਉਹ ਦੱਸੀ ਗਈ ਆ, ਲੋਕਾਂ ਨੂੰ ਦੱਸਣੀ ਜ਼ਰੂਰੀ ਹੈ। ਕੇਜਰੀਵਾਲ ਸਾਹਿਬ ਭਗਵੰਤ ਮਾਨ ਸਾਹਿਬ ਨੂੰ ਲੈ ਕੇ ਜਾਂਦੇ ਆ ਗੁਜਰਾਤ, ਕੇਜਰੀਵਾਲ ਸਾਹਿਬ ਲੈ ਕੇ ਜਾਂਦੇ ਆ ਭਗਵੰਤ ਮਾਨ ਨੂੰ ਹਿਮਾਚਲ ਪ੍ਰਦੇਸ਼। ਉਹ ਹਜੇ 2 ਦਿਨ 4 ਦਿਨ ਪੰਜਾਬ 'ਚ ਤਾਂ ਲਾ ਲੈਣ ਦਿਓ, ਪੰਜਾਬ 'ਚ ਤਾਂ ਗੱਲ ਕਰ ਲੈਣ ਦਿਓ। ਤੁਹਾਨੂੰ ਐਡੀ ਕੀ ਜ਼ਰੂਰਤ ਪਈ ਹੋਈ ਆ ਵੀ ਉੱਥੇ ਲਿਜਾ ਕੇ 25,000 ਨੌਕਰੀਆਂ ਦੇਤੀਆਂ? ਇਹ ਚੰਗਾ ਨਹੀਂ ਲੱਗਦਾ। ਪਹਿਲਾਂ ਦੇ ਦਿਓ, ਫਿਰ ਅਸੀਂ ਵੀ ਕਵਾਂਗੇ ਦੇਤੀਆਂ। ਐਵੇਂ ਜਾ ਕੇ ਗੁਜਰਾਤ 'ਚ ਜਾ ਕੇ ਲੋਕ ਬੜੇ ਸਿਆਣੇ ਆ, ਲੋਕ ਸਭ ਸਮਝਦੇ ਆ ਵੀ ਕਿਹੜੀ ਨੌਕਰੀ ਦਾ ਹਜੇ ਐਡਵਰਟਾਈਜ਼ਮੈਂਟ ਨਿਕਲੀ ਆ, ਕਿਹੜੀ ਨੌਕਰੀ ਦੀ ਹਜੇ ਪੇਪਰ ਹੋਏ ਆ, ਕਿਹੜੀ ਨੌਕਰੀ ਦੇ ਹਜੇ ਟੈਸਟ ਹੋਏ ਆ। ਇਸ ਕਰਕੇ ਇਹ ਗੱਲ ਕਹਿਣਾ 32,000 ਨੌਕਰੀ ਅਨਾਉਂਸ ਕਰਨਾ ਥੋੜੀ ਹੁੰਦੀ ਆ। ਚੰਡੀਗੜ੍ਹ, ਮੈਂ ਤੁਹਾਨੂੰ ਉਰੇ ਕਹਿ ਦਿੰਦਾ, ਕਿਸੇ ਮਾਈ ਦੇ ਲਾਲ 'ਚ ਹਿੰਮਤ ਨਹੀਂ ਗੀ। ਚੰਡੀਗੜ੍ਹ ਪੰਜਾਬ ਦਾ ਏ, ਪੰਜਾਬ ਦਾ ਹੀ ਰਹਿਣਾ ਏ। ਰੋਟੀਆਂ ਸਿੱਖਣੀਆਂ ਸਿਆਸੀ ਬੰਦਿਆਂ ਨੇ ਕਿਸੇ ਵੀ, ਉਹ ਅਲੱਗ ਗੱਲ ਆ। ਪਰ ਇਹ ਸਿਰਫ ਮੀਡੀਆ ਦੇ ਵਿੱਚ ਐਵੇਂ ਲੀਡਰ ਗੱਲਾਂ ਜਿਹੜੀਆਂ ਬਣਾ ਕੇ ਫੋਕੀ ਸ਼ੁਹਰਤ ਲੈਣੀ ਹੁੰਦੀ ਆ, ਲੈ ਲੈ। ਪੰਜਾਬ ਨਾ ਕਦੇ ਗਿਆ ਸੀ, ਨਾ ਪੰਜਾਬ ਦਾ ਚੰਡੀਗੜ੍ਹ ਕਦੇ ਜਾਊਗਾ। ਇਹ ਮੈਂ ਤੁਹਾਨੂੰ ਜਿੰਨੀ ਕੁ ਮੇਰੀ ਸਮਝ ਆ ਉਹਦੇ ਨਾਲ ਮੈਂ ਤੁਹਾਨੂੰ ਇਹ ਕਹਿ ਸਕਦਾ ਵੀ ਇਹ ਸਵਾਲ, ਇਹ ਜਵਾਬ, ਇਹ ਬੇਮੈਨਾ ਹੈ। ਚੰਡੀਗੜ੍ਹ ਕਿਤੇ ਨਹੀਂ ਜਾ ਸਕਦਾ। ਉਧਰ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਸਰਕਾਰ ਦੇ ਖਿਲਾਫ ਨੈਸ਼ਨਲ ਜਸਟਿਸ ਪਾਰਟੀ ਦੇ ਮੈਂਬਰਾਂ ਦੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਬਚਤ ਭਵਨ ਦੇ ਵਿੱਚ ਹੋਈ ਮੀਟਿੰਗ ਤੋਂ ਬਾਹਰ ਜਾਂਦੇ ਹੋਏ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਪ੍ਰਦਰਸ਼ਨਕਾਰੀਆਂ ਦੇ ਕੋਲ ਪਹੁੰਚੇ ਅਤੇ ਪੰਜਾਬ ਸਰਕਾਰ ਤੇ ਤੰਜ ਕੱਸਦਿਆਂ ਕਿਹਾ ਕਿ ਇਹਨਾਂ ਪ੍ਰਦਰਸ਼ਨਕਾਰੀਆਂ ਦੀ ਸਰਕਾਰ ਨੂੰ ਗੱਲ ਸੁਣਨੀ ਚਾਹੀਦੀ ਹੈ ਅਤੇ ਲੋਕਾਂ ਦੀ ਸੁਣਵਾਈ ਹੋਣੀ ਚਾਹੀਦੀ ਹੈ। ਇਸ ਮੌਕੇ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਜੰਮ ਕੇ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਗਈ। ਦੇਖੋ ਜੀ, ਮੈਂ ਕਹਿੰਦਾ ਕੋਈ ਵੀ ਬੰਦਾ ਏ, ਇਹ ਇਸ ਦੇਸ਼ ਦੇ ਵਾਸੀ ਨੇ ਨਾ, ਲੁਧਿਆਣੇ ਸ਼ਹਿਰ ਦੇ ਵਾਸੀ ਆ ਨਾ। ਮੈਂ ਹੁਣ ਤੁਹਾਡੇ ਮੂਹਰੇ ਮੀਟਿੰਗ ਚੋਂ ਲੰਘਿਆ ਏ ਤੇ ਇਹ ਸਰਦਾਰ ਜੀ ਸਾਡੇ ਸਤਿਕਾਰਯੋਗ ਪਾਰਟੀ ਦੇ ਪ੍ਰਧਾਨ ਨੇ ਤੇ ਇਹਨਾਂ ਦੀਆਂ ਕੁਝ ਤਕਲੀਫਾਂ ਲਿਖੀਆਂ ਏ। ਉਹਦੇ ਬਾਰੇ ਜਦੋਂ ਸਾਰੇ ਲੋਕ ਕਚਹਿਰੀ ਆ, ਸਾਰੇ ਐਮਐਲਏ ਸਭਾਨ ਲੁਧਿਆਣੇ ਦੇ ਵਿੱਚ ਆਮ ਆਦਮੀ ਦੇ ਆ, ਇਹਨਾਂ ਦੀ ਆ ਕੇ ਇਹ ਤਾਂ ਇਹੀ ਕਹਿ ਰਹੇ ਵੀ ਸਾਡੀ ਗੱਲ ਸੁਣ ਲਓ। ਤੇ ਮੈਂ ਸਮਝਦਾ ਉਰੇ ਉਹ ਨੰਗੇ ਆ ਸਾਰੇ, ਜੇ ਚਲੋ ਨਹੀਂ ਤੇ ਦੁਬਾਰਾ ਆ ਕੇ ਇਹਨਾਂ ਦੀ ਗੱਲ ਸੁਣ ਲੈਣ। ਉਹਦਾ ਉਹ ਦੋਸ਼ ਲਗਾਇਆ ਗਿਆ ਵੀ ਰਜਿਸਟਰੀ ਜਾਂ ਜਿਹੜੇ ਐਮਐਲਏ ਕਹਿੰਦੇ ਆ ਉਹਦੇ ਅਫੈਂਸ ਹੁੰਦੇ ਆ। ਫਿਰ ਮੈਂ ਅੱਜ ਨਹੀਂ, ਸਿਰਫ ਰਜਿਸਟਰੀ ਨਹੀਂ ਹੈ, ਹਰ ਮਹਿਕਮਿਆਂ ਦੇ ਵਿੱਚ ਇੱਕੋ ਹੀ ਚੀਜ਼ ਹੈ। ਜਿੱਥੇ ਵੀ ਮਹਿਕਮੇ, ਜਿਹੜਾ ਵੀ ਮਹਿਕਮਾ ਹੈਗਾ, ਕੋਈ ਵੀ ਐਸਾ ਮਹਿਕਮਾ ਨਹੀਂ ਹੈ ਜਿੰਨੀ ਗੁੰਡਾਗਰਦੀ ਮਤਲਬ ਇਸ ਸਰਕਾਰ ਨੇ ਕੀਤੀ ਹੈਗੀ ਹੈ 1 ਮਹੀਨੇ ਦੇ ਵਿੱਚ। ਜਿੰਨੀ ਗੁੰਡਾਗਰਦੀ ਇਸ ਸਰਕਾਰ ਨੇ 1 ਮਹੀਨੇ ਦੇ ਵਿੱਚ ਕੀਤੀ ਹੈ, ਕੋਈ ਭ੍ਰਿਸ਼ਟਾਚਾਰ ਖਤਮ ਨਹੀਂ ਹੈ। ਉਹ 1 ਮਹੀਨੇ ਬੰਨਣ ਦਾ ਤਰੀਕਾ ਬਣਾਇਆ ਹੋਇਆ, ਕਰਿੰਦੇ ਇਹਨਾਂ ਨੇ ਰੱਖੇ ਹੋਏ ਨੇ। ਉਹ ਭ੍ਰਿਸ਼ਟਾਚਾਰ ਜਿਹੜਾ ਨਾ, ਭ੍ਰਿਸ਼ਟਾਚਾਰ ਖਤਮ ਕਰਨ ਦੀ ਨੇ ਮਹੀਨੇ ਬੰਨਣ ਦੀ ਗੱਲ ਹੈਗੀ। ਇਹ ਤੁਹਾਨੂੰ ਸ਼ਾਹੂਕਾਰ ਲੱਗਦੇ ਆ? ਇਹ ਕਿੱਥੋਂ ਤੁਹਾਨੂੰ ਲੱਗਦੇ ਆ ਵੀ ਇਹ ਲੋਕਾਂ ਤੋਂ ਇੱਕ ਸਿੰਪਲ ਖੱਦਰ ਦੇ ਕੁੜਤੇ 'ਚ ਖੜੇ ਨੇ? ਇਹ ਵਿਚਾਰੇ ਧੁੱਪੇ ਖੜੇ ਆ। ਜਿਹੜੇ ਪੈਸੇ ਬਣਾਉਣ ਵਾਲੇ ਹੁੰਦੇ ਉਹ ਤਾਂ ਸ਼ਾਹੂਕਾਰ ਮੈਂ ਸਮਝਦਾ ਉਹ ਕਿਤੇ ਅੰਦਰ ਬੈਠੇ ਆ। ਇਹ ਤਾਂ ਆਮ ਆਦਮੀ, ਅਸਲੀ ਆਮ ਆਦਮੀ ਇਹ ਆ। ਭਾਜਪਾ ਦੇ ਸੀਨੀਅਰ ਆਗੂ ਤਰੁਣ ਚੁੱਗ ਲੁਧਿਆਣਾ ਫੇਰੀ ਤੇ ਰਹੇ, ਜਿੱਥੇ ਉਹਨਾਂ ਪਾਰਟੀ ਵਰਕਰਾਂ ਦੇ ਨਾਲ ਮੁਲਾਕਾਤ ਕੀਤੀ। ਇਸ ਮੌਕੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਉਹਨਾਂ ਆਮ ਆਦਮੀ ਪਾਰਟੀ ਤੇ ਤੰਜ ਕੱਸੇ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਕੀਤੇ ਗਏ ਵਾਅਦੇ ਉਹਨਾਂ ਨੇ ਪੂਰੇ ਨਹੀਂ ਕੀਤੇ। ਉਹਨਾਂ ਕਿਹਾ ਕਿ ਆਪ ਸਰਕਾਰ ਵੱਲੋਂ ਸਰਕਾਰ ਚਲਾਉਣ ਦਾ ਜਿਹੜੇ ਵਿਧਾਇਕ ਨੇ ਅਤੇ ਮੁੱਖ ਮੰਤਰੀ ਨੇ ਉਹਨਾਂ ਨੂੰ ਕੋਈ ਤਜਰਬਾ ਵੀ ਨਹੀਂ ਹੈ। ਇਸ ਦੇ ਨਾਲ ਹੀ ਨਵਜੋਤ ਸਿੰਘ ਸਿੱਧੂ ਤੇ ਭਾਜਪਾ 'ਚ ਸ਼ਾਮਲ ਹੋਣ ਦੀਆਂ ਚਰਚਾਵਾਂ ਨੂੰ ਵੀ ਉਹਨਾਂ ਸਿਰੇ ਤੋਂ ਖਾਰਜ ਕੀਤਾ ਹੈ ਕਿ ਗੱਪਾਂ ਰੇੜਨ ਵਾਲੀ ਪਾਰਟੀ ਹੈ। ਜਿੰਨੀਆਂ ਕਮਿਟਮੈਂਟਸ ਕੀਤੀਆਂ ਸੀ ਉਹਨਾਂ ਕਮਿਟਮੈਂਟ ਤੇ ਵੀ ਉਹ ਉਤਰੇ ਨਹੀਂ, ਔਰ ਜਿਨ੍ਹਾਂ ਦੀ ਉਸ ਇਸ਼ਤਿਹਾਰ ਛਾਪ ਰਹੇ ਉਹ ਇਸ਼ਤਿਹਾਰ ਵੀ ਘੋਸ਼ਣਾਵਾਂ ਦੇ ਨੇ, ਇੰਪਲੀਮੇਸ਼ਨ ਦੇ ਨਹੀਂ। ਦੁਰਭਾग्य ਹੈ ਕਿ ਐਸੇ ਲੋਕਾਂ ਦੇ ਹੱਥ ਕਮਾਂਡ ਆ ਗਈ ਹੈ जिन्हों को स्टेट छड़ के एक कारपोरेशन नहीं चल पा रही, वो लोग उन स्टेट चलाना से बैठ गए। ना तजुर्बा है, ना विज़न है,
ਨਾ ਹੀ ਉਹਨਾਂ ਕੋਲ ਜਿਸ ਤਰ੍ਹਾਂ ਉਹਨਾਂ ਨੇ ਵਾਅਦੇ ਕੀਤੇ ਸੀ ਉਹਨਾਂ ਵਾਅਦਿਆਂ ਨੂੰ ਪੂਰਾ ਕਰਨਾ ਚਾਹੀਦਾ ਸੀ ਪਹਿਲੇ ਹੀ ਦਿਨ ਘੋਸ਼ਣਾ ਕਰਕੇ। ਵਿਧਾਨ ਸਭਾ ਦਾ 2 ਵਾਰੀ ਤੁਸੀਂ ਸੱਤਰ ਬੁਲਾ ਲਿਆ, ਘੋਸ਼ਣਾ ਇੱਕ ਵੀ ਨਹੀਂ ਕੀਤੀ ਅਜੇ ਤੱਕ। ਇਹ ਵੀ ਜਿਹੜੀ ਗੱਲ ਹੈ ਸਿਰਫ ਅਜੇ ਜੂਨ 'ਚ ਹੋਏਗੀ, ਜੁਲਾਈ 'ਚ ਹੋਏਗੀ। ਕੈਪਟਨ ਸਾਹਿਬ ਵੀ ਇਹੋ ਜਿਹੀਆਂ ਘੋਸ਼ਣਾਵਾਂ ਕਰਦੇ ਰਹੇ, ਉਹ ਵੀ ਕਰਦੇ ਰਹੇ, ਇਹਨਾਂ ਨਾਲ ਕੁਝ ਨਹੀਂ ਹੋਣਾ, ਕਰਕੇ ਦਿਖਾਓ। ਉਧਰ ਸਮਰਾਲਾ ਚੌਂਕ ਦੇ ਵਿੱਚ ਇੱਕ ਨਿੱਜੀ ਹਸਪਤਾਲ ਦੀ ਬ੍ਰਾਂਚ ਦਾ ਉਦਘਾਟਨ ਕਰਨ ਦੇ ਲਈ ਆਮ ਆਦਮੀ ਪਾਰਟੀ ਦੇ ਵਿਧਾਇਕ ਅਸ਼ੋਕ ਪ੍ਰਾਸ਼ਰ ਪੱਪੀ ਖਾਸ ਤੌਰ ਤੇ ਪਹੁੰਚੇ। ਇਸ ਮੌਕੇ ਨਿੱਜੀ ਹਸਪਤਾਲ ਦੇ ਮੁੱਖ ਸੰਚਾਲਕਾਂ ਦੇ ਵੱਲੋਂ ਅਸ਼ੋਕ ਪ੍ਰਾਸ਼ਰ ਦਾ ਖਾਸ ਤੌਰ ਤੇ ਸਨਮਾਨ ਵੀ ਕੀਤਾ ਗਿਆ। ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਅਸ਼ੋਕ ਪ੍ਰਾਸ਼ਰ ਪੱਪੀ ਨੇ ਕਿਹਾ ਕਿ ਪੰਜਾਬ 'ਚ ਨਸ਼ਿਆਂ ਦਾ ਖਾਤਮਾ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਅੱਜ ਦਾ ਨੌਜਵਾਨ ਨਸ਼ੇ ਦੀ ਦਲਦਲ ਦੇ ਵਿੱਚ ਧੱਸਦਾ ਜਾ ਰਿਹਾ ਹੈ ਅਤੇ ਇਸ ਦਾ ਇੱਕ ਬਹੁਤ ਹੀ ਬੁਰਾ ਅਸਰ ਇਸ ਸਮਾਜ ਤੇ ਪਵੇਗਾ। ਇਸ ਮੌਕੇ ਪੱਪੀ ਪ੍ਰਾਸ਼ਰ ਦੇ ਨਾਲ ਸਾਰਿਆਂ ਨੇ ਲੁਧਿਆਣਾ ਨੂੰ ਨਸ਼ਾ ਮੁਕਤ ਕਰਨ ਦੀ ਸਹੁੰ ਵੀ ਚੁੱਕੀ ਅਤੇ ਵਿਧਾਇਕ ਨੇ ਵੀ ਮੌਕੇ ਤੇ ਮੌਜੂਦ ਲੋਕਾਂ ਨੂੰ ਆਪਣੇ ਵੱਲੋਂ ਪੂਰਾ ਸਾਥ ਦੇਣ ਦਾ ਭਰੋਸਾ ਦਿਵਾਇਆ। ਵੀ ਡਾਕਟਰ ਸਾਹਿਬ ਦੇ ਨਾਲ ਇਹਨਾਂ ਦਾ ਸਾਥ ਲੈ ਕੇ ਅਸੀਂ ਸਮਾਜ ਦੀ ਜੋ ਨਸ਼ਾ ਜੋ ਅੱਜ ਇੱਕ ਘਿਨਾਉਣੀ ਚੀਜ਼ ਬਣ ਕੇ ਸਾਡੀ ਨੌਜਵਾਨ ਪੀੜ੍ਹੀ ਨੂੰ ਖਤਮ ਕਰ ਰਿਹਾ, ਉਹ ਡਾਕਟਰ ਸਾਹਿਬ ਤੋਂ ਪੂਰਾ ਇਹਨਾਂ ਦੀ ਸਲਾਹ ਲੈ ਕੇ ਹਲਕਾ ਸੈਂਟਰ ਦੇ ਵਿੱਚ ਜਿੰਨਾ ਵੀ ਸਾਡੇ ਯੰਗ ਮੁੰਡੇ ਆ ਇਸ ਮਾੜੀਆਂ ਹਰਕਤਾਂ ਦੇ ਵਿੱਚ ਉਹਨਾਂ ਨੂੰ ਸਹੀ ਰਸਤੇ ਤੇ ਲਾਉਣ ਲਈ ਮੈਂ ਡਾਕਟਰ ਸਾਹਿਬ ਨਾਲ 4 ਗੱਲਾਂ ਨਸ਼ੇ ਦੇ ਮੁਤਲਕ ਸਾਂਝੀਆਂ ਕੀਤੀਆਂ ਨੇ, ਜਿੱਥੇ ਮੈਂ ਡਾਕਟਰ ਸਾਹਿਬ ਨੂੰ ਇਸ ਗੱਲ ਦਾ ਭਰੋਸਾ ਵੀ ਦਿਵਾਉਣਾ ਵੀ ਮੈਂ ਤੁਹਾਡਾ ਸਾਥ ਲੈਣਾ ਵੀ ਆ, ਤੁਹਾਡਾ ਸਾਥ ਦੇਣਾ ਵੀ ਆ, ਕਿਉਂਕਿ ਸਮਾਜ ਦਾ ਭਲਾ ਤਾਂ ਦੋਨਾਂ ਦੀ ਸੋਚ ਨਾਲ ਹੀ ਹੁੰਦਾ। अगर डॉक्टर साहब मेरा साथ दोगे, मैं इन्हों का दूंगा, तो ही असी समाज का भला कर सकते हैं। हल्का सेंट्रल के एमएलए अशोक पराशर पप्पी जी को आज हमने यहाँ बुलाया था। ये साडा के हॉस्पिटल हैगा श्रृंगार सिनेमा के कोल, दिमागी बीमारियां का इलाज होंदा है इत्थे। लगभग 14 साल तो असी अस्पताल चला रहे हैं। मैं डॉक्टर पुनीत कथूरिया, मेरे वाइफ डॉक्टर ज्योति कथूरिया, असी मिल के इस अस्पताल नूं 2008 तो शुरू किया सीगा ते हुण ਅਸੀਂ ਇੱਥੇ ਜਿਹੜਾ ਹੈਗਾ ਕਿ ਸਾਰੀ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ ਸਾਈਕੈਟਰੀ, ਮੈਂਟਲ ਹੈਲਥ ਬਾਰੇ, ਜਿਵੇਂ ਕਿ ਡਿਪਰੈਸ਼ਨ, ਆਤਮ ਹੱਤਿਆ, ਸੁਸਾਈਡੈਲਿਟੀ, ਅਗਰੈਸ਼ਨ, ਵਾਇਲੈਂਟ ਦਿਮਾਗੀ ਬਿਮਾਰੀਆਂ, ਸਿਰ ਦਾ ਦਰਦ, ਮਿਰਗੀ, ਮਾਈਗ੍ਰੇਨ, ਇਸ ਤੋਂ ਨਾਲ ਜਿਹੜੇ ਕਿ ਨਸ਼ਾ ਸੰਬੰਧੀ ਇਲਾਜ ਹੈ ਉਹ ਵੀ ਸਾਰੇ ਇਲਾਜ ਅਸੀਂ ਇੱਥੇ ਮਰੀਜ਼ਾਂ ਨੂੰ ਮੁਹੱਈਆ ਕਰਾਉਂਦੇ ਨੇ, ਚਾਹੇ ਉਹ ਸ਼ਰਾਬ ਦਾ ਨਸ਼ਾ ਹੋਵੇ, ਤੰਬਾਕੂ ਦਾ ਸੇਵਨ ਹੋਵੇ, ਚਾਹੇ ਚਿੱਟਾ, ਅਫੀਮ, ਭੁੱਕੀ ਜਾਂ ਕਿਸੇ ਕਿਸਮ ਦਾ ਵੀ ਨਸ਼ਾ ਹੋਵੇ। ਤਾਂ ਇਹ ਸਾਰੀਆਂ ਸੁਵਿਧਾ ਅਸੀਂ ਇਸ ਹਸਪਤਾਲ 'ਚ ਮੁਹੱਈਆ ਕਰਾਉਂਦੇ ਨੇ। ਤਾਂ ਅੱਜ ਇੱਥੇ ਆਪਾਂ ਆਪਣੇ ਐਮਐਲਏ ਸਾਹਿਬ ਪੱਪੀ ਪਰਾਸ਼ਰ ਜੀ ਨੂੰ ਸਨਮਾਨਿਤ ਕਰਨ ਲਈ ਇੱਥੇ ਬੁਲਾਇਆ ਸੀਗਾ ਉਹਨਾਂ ਨੇ। ਉਧਰ ਸਰਕਟ ਹਾਊਸ ਦੇ ਵਿੱਚ ਟਿੱਪਰ ਚਾਲਕਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ, ਜਿਸ ਵਿੱਚ ਇਹ ਇਲਜ਼ਾਮ ਲਗਾਏ ਗਏ ਕਿ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਦੇ ਬਾਵਜੂਦ ਰਾਜਸਥਾਨ ਦੀ ਇੱਕ ਕੰਪਨੀ ਵੱਲੋਂ ਹਾਲੇ ਵੀ ਧੜੱਲੇ ਦੇ ਨਾਲ ਮਾਈਨਿੰਗ ਸੰਬੰਧੀ ਨਿਯਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ, ਜਿਸ ਸੰਬੰਧੀ ਵੱਖ-ਵੱਖ ਪੱਧਰਾਂ ਤੇ ਕਈ ਸ਼ਿਕਾਇਤਾਂ ਕਰਨ ਦੇ ਬਾਵਜੂਦ ਹਾਲੇ ਤੱਕ ਕਾਰਵਾਈ ਨਹੀਂ ਹੋਈ ਹੈ, ਜਦਕਿ ਇਸ ਦੇ ਉਲਟ ਟਿੱਪਰ ਚਾਲਕਾਂ ਤੇ ਕਰਿੰਦਿਆਂ ਤੇ ਹੀ ਕੇਸ ਦਰਜ ਹੋ ਰਹੇ ਨੇ। ਉਹਨਾਂ ਦੱਸਿਆ ਕਿ ਇਸ ਸੰਬੰਧ ਵਿੱਚ ਡੀਸੀ, ਐਸਐਸਪੀ, ਆਈਜੀ ਪੱਧਰ ਦੇ ਕਈ ਅਫਸਰਾਂ ਨੂੰ ਸ਼ਿਕਾਇਤਾਂ ਕਰ ਚੁੱਕੇ ਨੇ, ਵੀਡੀਓ ਬਣਾ ਕੇ ਵੀ ਭੇਜ ਚੁੱਕੇ ਨੇ, ਪਰ ਕੋਈ ਕਾਰਵਾਈ ਨਹੀਂ ਹੋ ਰਹੀ ਹੈ। ਪੰਜਾਬ ਦੇ ਵਿੱਚ ਸਭ ਤੋਂ ਵੱਡਾ ਮਸਲਾ, ਜਿਸ ਤੋਂ ਪਹਿਲਾਂ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ, ਮਾਈਨਿੰਗ ਦਾ ਮੁੱਦਾ ਹਮੇਸ਼ਾ ਹੀ ਜਿਹੜਾ ਸੁਰਖੀਆਂ ਦੇ ਵਿੱਚ ਰਿਹਾ। ਹੁਣ ਵੀ ਜਿਹੜਾ ਮਾਈਨਿੰਗ ਦਾ ਮੁੱਦੇ ਨੂੰ ਲੈ ਕੇ ਕਈ ਜਿਹੜੇ ਕਾਰੋਬਾਰ ਕਰਦੇ ਸੀ, ਟਿੱਪਰ ਚਾਲਕ ਸੀ, ਉਹਨਾਂ ਨੂੰ ਆਪਣਾ ਕਾਰੋਬਾਰ ਵੀ ਬੰਦ ਕਰਨਾ ਪਿਆ। ਸਾਡੇ ਕੋਲ ਵੀ ਇੱਕ ਟਿੱਪਰ ਚਾਲਕ ਨੇ ਜਿਨ੍ਹਾਂ ਵੱਲੋਂ ਆਪਣਾ ਟਿੱਪਰ ਚੱਲਦੇ ਸੀਗਾ, ਕੰਮ ਕਰਦੇ ਸੀ, ਲੇਕਿਨ ਰੇਤਾ ਕੋਈ ਕੱਢਦਾ ਸੀ, ਸਿਰਫ ਇਹ ਟਰਾਂਸਪੋਰਟ ਕਰਕੇ ਸਿੱਟਦੇ ਸੀ ਉੱਥੇ, ਤਾਂ ਵੀ ਇਹਨਾਂ ਤੇ ਕਈ ਵਾਰ ਪਰਚੇ ਦਰਜ ਹੋਏ ਨੇ। ਤੇ ਗੱਲ ਕਰਾਂਗੇ ਇਹ ਕਿਉਂ ਕਾਰੋਬਾਰ ਬੰਦ ਕੀਤਾ ਤੇ ਕਿੰਨਾ ਕੁ ਘਾਟਾ ਪਿਆ ਇਸ ਗੱਲ 'ਚ, ਕੀ ਕਹਿਣਾ ਚਾਹੁੰਦੇ ਅੱਜ ਕਿਉਂ ਤੁਸੀਂ ਸਰਕਾਰ ਤੋਂ ਗੁਹਾਰ ਲਾਈਏ? ਮੈਂ ਤਾਂ ਜੀ ਇੱਕ ਉਮੀਦ ਲਈ ਆਇਆ ਸਰਕਾਰ ਤੋਂ। ਕਾਂਗਰਸ ਸਰਕਾਰ ਨੇ ਤੁਸੀਂ ਦੇਖ ਹੀ ਲਿਆ ਕੀ ਕੀਤਾ ਵਾ, ਪਹਿਲੀਆਂ ਸਰਕਾਰਾਂ ਨੇ ਕੀ ਕੀਤਾ, ਕੀ ਲੁੱਟ ਕੀਤੀ ਆ ਪੰਜਾਬ ਦੇ ਵਿੱਚ। ਇੱਕ ਟਿੱਪਰ ਅਸੀਂ ਕਿਸੇ ਠੇਕੇਦਾਰ ਕੋਲੋਂ ਭਰ ਕੇ ਲੈ ਜਾਂਦੇ ਆ, 10 ਕਿਲੋਮੀਟਰ ਬਾਹਰ ਨਿਕਲਦੇ ਆ, ਕੋਈ ਥਾਣੇ ਵਾਲਾ ਚੱਕ ਕੇ ਉਹਦੇ ਤੇ ਪਰਚਾ ਦੇ ਦਿੰਦਾ ਜੀ ਇਹ ਨਜਾਇਜ਼ ਆ, ਜਦ ਕਿ ਜੇ ਉਹ ਖੱਡ 'ਚ ਜਾ ਕੇ ਦੇਖਦਾ ਬਣੀ ਇਹ ਕਿੱਥੋਂ ਭਰ ਕੇ ਆਇਆ, ਉਹਨੇ ਰੋਡ ਤੋਂ ਪਾ ਦੇਣਾ ਜੀ ਚੋਰੀ ਭਰ ਕੇ ਆਇਆ ਉੱਥੋਂ। ਉਹਨਾਂ ਨੇ ਇਹ ਨਹੀਂ ਦੇਖਣਾ ਵੀ ਪਿੱਛੋਂ ਕਿਹੜੀ ਖੱਡ ਤੋਂ ਭਰ ਕੇ ਆਇਆ। ਜੋ ਵੀ ਤੁਸੀਂ ਜਾਣਦੇ ਹੋ 3 ਸਾਲਾਂ 2.5-3 ਸਾਲ ਤੋਂ ਕੰਮ ਚੱਲਦਾ ਪੰਜਾਬ। ਮੈਂ ਉਸ ਕੰਪਨੀ 'ਤੇ ਤਕਰੀਬਨ 2020 ਦੇ ਵਿੱਚ ਪਹਿਲਾ ਕੇਸ ਲਾਇਆ ਸੀ ਅਤੇ ਉਹ ਮੱਤੇਵਾੜੇ ਦੀ ਖੱਡ ਸੀ, ਉਹ ਬੰਦ ਹੋ ਗਈ। ਉਸ ਤੋਂ ਬਾਅਦ ਉਸ ਕੰਪਨੀ 'ਤੇ ਬਖਸ਼ੀਸ਼ ਸਿੰਘ ਨਾਂ ਦੇ ਵਿਅਕਤੀ ਦੇ ਆਰਡਰ ਹੋਏ ਸੀ ਬਈ ਇਹ ਕੰਪਨੀ ਮਸ਼ੀਨਾਂ ਦਰਿਆ ਦੇ ਵਿੱਚ ਨਹੀਂ ਵੜ ਸਕਦੀਆਂ, ਪਰ ਉਸ ਤੋਂ ਬਾਅਦ ਉਹ ਕੰਪਨੀ ਫੇਰ ਮਸ਼ੀਨਾਂ ਡੀਸਿਲਟਿੰਗ ਦੇ ਨਾਂ 'ਤੇ ਜੋ ਸਫਾਈ ਕਹਿੰਦੇ ਆ
ਡੀਸਿਲਟਿੰਗ ਦੇ ਨਾਂ ਤੇ, ਸਫਾਈ ਦੇ ਨਾਂ ਤੇ, ਫਿਰ ਉਸੇ ਤਰੀਕੇ ਨਾਲ ਉਹਨਾਂ ਹੀ ਖੱਡਾਂ 'ਚ ਜਿਹੜੀਆਂ ਖੱਡਾਂ ਕੋਰਟ ਨੇ ਬੈਨ ਕੀਤੀਆਂ ਉਹੀ ਖੱਡਾਂ ਦੇ ਵਿੱਚ ਫੇਰ ਕੰਮ ਕਰਨ ਲੱਗੀ। ਉਹ ਕਹਿਣ ਦਾ ਭਾਵ ਕੋਰਟ ਦੇ ਆਰਡਰ ਵੀ ਨਹੀਂ ਮੰਨੇ। ਉਹ ਕਾਂਗਰਸ ਸਰਕਾਰ ਤੋਂ ਸ਼ੁਰੂ ਹੋ ਗਿਆ, ਬਾਅਦ ਚੰਨੀ ਸਰਕਾਰ ਆ ਗਈ, ਚੰਨੀ ਸਰਕਾਰ ਨੇ 5.5 ਰੁਪਏ ਰੇਟ ਕਰਤਾ, ਚੋਰੀ ਫਿਰ ਉਸੇ ਤਰੀਕੇ ਨਾਲ ਆਉਂਦੀ ਰਹੀ ਆ। ਅੱਜ ਵੀ ਉੱਥੇ ਖੱਡਾਂ ਦੇ ਵਿੱਚੋਂ 1500 ਰੁਪਈਆ ਪਰ ਟਿੱਪਰ ਮਗਰ ਵਾਧੂ ਲਿਆ ਜਾਂਦਾ। ਮੈਂ ਕਈ ਵਾਰ ਐਕਸੀਅਨ ਸਾਹਿਬ ਨੂੰ, ਕਈ ਵਾਰ DC ਸਾਹਿਬ ਨੂੰ ਵੀਡੀਓ ਵੀ ਭੇਜ ਚੁੱਕਿਆ, ਦੱਸ ਵੀ ਚੁੱਕਿਆ ਵੀ ਭਾਈ ਆਹ ਗਰਾਊਂਡ ਲੈਵਲ ਤੇ ਦੇਖੋ ਆਹ ਕੰਮ ਹੁੰਦਾ ਵਾ, ਪਰ ਕਾਰਵਾਈ ਕੋਈ ਨਹੀਂ। 5 FIR ਮੈਂ ਖੁਦ ਕਰਵਾਈਆਂ ਉਹਨਾਂ ਦੇ ਕੰਪਨੀ ਦੇ, ਆਹ ਦੇਖ ਸਕਦੇ ਹੋ ਤੁਸੀਂ। ਇਹ 5 FIR ਅਲੱਗ-ਅਲੱਗ ਜ਼ਿਲ੍ਹੇ 'ਚ, ਸ਼ਹਿਰਾਂ 'ਚ ਹੋ ਸਕਦੀਆਂ, ਅਲੱਗ-ਅਲੱਗ ਥਾਣਿਆਂ 'ਚ ਹੋ ਸਕਦੀਆਂ, ਪਰ ਇਹ 5 FIR 'ਚ ਠੇਕੇਦਾਰਾਂ ਨੂੰ ਇਨਵੋਲਵ ਹੀ ਨਹੀਂ ਕੀਤਾ ਗਿਆ। ਤੁਸੀਂ ਜਦੋਂ ਕੰਮ ਕਾਰੋਬਾਰ ਤੁਹਾਡਾ ਸੀਗਾ, ਕਿੰਨੇ ਟਿੱਪਰ ਚੱਲਦੇ ਸੀ, ਕਿਉਂ ਬੰਦ ਕਰਨੇ ਪਏ? ਮੇਰੇ ਕੋਲ ਜੀ ਤਕਰੀਬਨ, ਮੈਂ ਤਾਂ ਸ਼ੁਰੂ ਮੇਰੀ ਕੋਈ ਏਜ ਐਡੀ ਹੈ ਨਹੀਂ ਹੈਗੀ, ਮੇਰੀ ਉਮਰ 33 ਸਾਲ ਆ। ਮੈਂ ਇੱਕੋ ਟਿੱਪਰ ਸੀ, ਮੈਂ ਉਹ ਵੀ ਵੇਚਤਾ ਸੀ ਆਪਦਾ। ਕਾਰਨ ਕੀ ਸੀ? ਸਿਰਫ ਇਹੀ ਕਾਰਨ ਇਹੀ ਸੀ ਜੀ, ਕੁਛ ਨਾ ਤਾਂ ਟਿੱਪਰ ਵਾਲਿਆਂ ਨੂੰ ਕੋਈ ਵਾਅਦਾ ਸੀ, ਉੱਪਰ ਦੀ ਟਿੱਪਰ ਵਾਲਿਆਂ 'ਤੇ ਨਜਾਇਜ਼ ਪਰਚੇ ਹੋ ਜਾਂਦੇ ਸੀ। ਇਹ ਨਹੀਂ ਮੈਂ ਕਹੂੰਗਾ ਵੀ ਮੈਂ ਨਹੀਂ ਕਰਦਾ ਸੀ। ਫਿਰ ਉਸ ਤੋਂ ਬਾਅਦ ਮੈਂ ਸੋਚਿਆ ਵੀ ਇਹ ਤਾਂ ਅਸੀਂ ਆਪ ਦੀ ਹੀ ਲੁੱਟ ਕਰੀ ਜਾਂਦੇ ਹਾਂ, ਵੀ ਸਾਨੂੰ ਪਹਿਲਾਂ ਆਪ ਨੂੰ ਸਾਫ਼ ਹੋਣਾ ਪੈਣਾ, ਫਿਰ ਅਸੀਂ ਆਪ ਦਾ ਟਿੱਪਰ ਵੇਚਿਆ। ਤੇ ਹੁਣ ਅੱਜ ਦਾ ਕੀ ਮਕਸਦ ਸੀ ਤੁਹਾਡਾ ਪ੍ਰੈਸ ਦਾ? ਕੀ ਆਮ ਆਦਮੀ ਪਾਰਟੀ ਜਦੋਂ ਸਰਕਾਰ ਆਈ ਸੀ ਉਹਨਾਂ ਨੇ ਕਿਹਾ ਸੀ ਮਾਈਨਿੰਗ ਮਾਫੀਆ, ਵੀ ਮਾਈਨਿੰਗ ਮਾਫੀਆ ਖਤਮ ਹੋਊਗਾ, ਕੀ ਮਾਈਨਿੰਗ ਮਾਫੀਆ ਖਤਮ ਹੋਇਆ? ਮੰਤਰੀ ਸਾਹਿਬ ਨੇ ਵੀ ਕਿਹਾ ਸੀ ਪਾਲਿਸੀ ਬਣਾਈ ਜਾਊਗੀ, ਰੇਟ ਘੱਟ ਕੀਤਾ ਜਾਊ, ਕੁਝ ਹੋਇਆ ਕਿ ਨਹੀਂ ਹੋਇਆ? ਮੈਂ ਜੀ ਮੈਂ ਬੇਨਤੀ ਕਰਦਾ, ਤੁਸੀਂ ਬਾਜ਼ਾਰ ਦੇ ਵਿੱਚੋਂ ਜਾ ਕੇ ਰੇਟ ਪੁੱਛ ਸਕਦੇ ਹੋ ਵੀ ਕੀ ਆ। ਮੇਰੇ ਕਹਿਣ ਨਾਲ ਨਹੀਂ, ਤੁਸੀਂ ਬਾਜ਼ਾਰ ਤੋਂ ਰੇਟ ਪੁੱਛ ਸਕਦੇ ਹੋ ਵੀ ਕੀ ਆ, ਉਹਦਾ ਕਾਰਨ ਕੀ ਆ। ਕਿਉਂਕਿ ਟਿੱਪਰਾਂ ਵਾਲਿਆਂ ਕੋਲੋਂ ਵਿੱਚ ਹੀ ਪੈਸੇ 2-2 ਹਜ਼ਾਰ ਰੁਪਈਆ ਵੱਧ ਲਈ ਜਾਂਦੇ। ਇਹ ਇੱਕ ਟਿੱਪਰ ਮਗਰ 5.5 ਰੁਪਏ ਰੇਟ ਆ, ਰੁਪਈਆ ਉੱਥੇ ਟਿੱਪਰ ਵਾਲੇ ਨੂੰ 9-10 ਰੁਪਏ ਪੈ ਜਾਂਦਾ ਖਰਚੇ ਪਾ ਕੇ। ਫਿਰ ਉਸ ਤੋਂ ਬਾਅਦ ਉਹਨੇ ਆਪਦਾ ਗਾਹਾਂ ਰੇਟ ਵੀ ਵੇਚਣਾ ਵਾ, ਤੇਲ ਦਾ ਖਰਚਾ ਵੀ ਪੈਂਦਾ, ਡਰਾਈਵਰ ਦਾ ਖਰਚਾ ਪੈਂਦਾ, ਫਰੀ ਤਾਂ ਜਾਣਾ ਨਹੀਂ, ਉਸ ਕਰਕੇ ਰੇਟ ਵਧਿਆ। ਪਰ ਮਾਫੀਆ ਉਸੇ ਤਰੀਕੇ ਨਾਲ ਚੱਲਦਾ ਵਾ। ਇੱਕ ਖੱਡ ਦੇ ਨਾਲ 5-5 ਖੱਡਾਂ ਬਿਨਾਂ এনवायरमेंट ਤੋਂ ਚੱਲਦੀਆਂ। ਉਧਰ ਥਾਣਾ ਡਿਵੀਜ਼ਨ ਨੰਬਰ 7 ਦੇ ਵਿੱਚ ਪਬਲਿਕ ਐਕਸ਼ਨ ਕਮੇਟੀ ਦੇ ਮੈਂਬਰਾਂ ਵੱਲੋਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਦੇ ਖਿਲਾਫ ਇੱਕ ਦਰਖਾਸਤ ਦਿੰਦੇ ਹੋਏ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਗਈ ਹੈ। ਇਸ ਕਮੇਟੀ ਦੇ ਮੈਂਬਰਾਂ ਦਾ ਇਹ ਆਰੋਪ ਹੈ ਕਿ ਇਹਨਾਂ ਅਧਿਕਾਰੀਆਂ ਦੀ ਅਣਗਹਿਲੀ ਅਤੇ ਅਣਦੇਖੀ ਕਰਕੇ ਹੀ ਫੈਕਟਰੀਆਂ ਵਾਲੇ ਆਪਣਾ ਜ਼ਹਿਰੀਲਾ ਤੇ ਕੈਮੀਕਲ ਵਾਲਾ ਪਾਣੀ ਬੁੱਢੇ ਦਰਿਆ ਦੇ ਵਿੱਚ ਲਗਾਤਾਰ ਸੁੱਟ ਰਹੇ ਨੇ, ਜੋ ਕਿ ਸਤਲੁਜ ਦਰਿਆ ਦੇ ਵਿੱਚ ਜਾ ਕੇ ਡਿੱਗਦਾ ਹੈ ਅਤੇ ਉਹੀ ਪਾਣੀ ਧਰਤੀ ਵੱਲੋਂ रिचार्ज होकर सानू वापस पीण नूं भी मिलता है, जिस करके असीं हौली हौली मौत के मूँह विच जा रहे हैं। इस दे लई पंजाब प्रदूषण कंट्रोल बोर्ड के अधिकारी सीधे तौर पर जिम्मेदार ने। ਜਿਹੜੇ ਪਿਗਮੈਂਟ ਜਿਹੜੇ ਹੋਰ ਚੀਜ਼ਾਂ ਦੇ ਹੈਗੇ ਆ ਉਹ ਸਾਰੇ ਦੇ ਸਾਰੇ ਪਾਣੀ ਦੇ ਵਿੱਚ ਜਾਣੇ। ਉਹ ਪਾਣੀ ਜਿਹੜਾ ਹੈਗਾ ਲੋਕੀ ਉਹਨੂੰ ਵਰਤਦੇ ਆ, ਉਹ ਪਾਣੀ ਜਿਹੜਾ ਹੈਗਾ ਉਹ ਸਾਡੇ ਧਰਤੀ ਦੇ ਪਾਣੀ ਨੂੰ ਰੀਚਾਰਜ ਕਰਦਾ ਔਰ ਉਹੀ ਪੀਣ ਨੂੰ ਆਪਾਂ ਇਸਤੇਮਾਲ ਕਰਦੇ ਆ। ਰਾਜਸਥਾਨ ਔਰ ਸਾਊਥ ਵੈਸਟ ਮਾਲਵਾ ਦੇ ਵਿੱਚ ਸਾਰਾ ਲੋਕੀ ਜਿਹੜੇ ਹੈਗੇ ਆ ਲੱਖਾਂ ਦੀ ਤਾਦਾਦ 'ਚ ਇਸ ਪਾਣੀ ਦੇ ਉੱਤੇ ਡਿਪੈਂਡੈਂਟ ਹੈ। ਖੇਤੀਬਾੜੀ ਹੋਵੇ, ਚਾਹੇ ਇੰਡਸਟਰੀ ਹੋਵੇ, ਚਾਹੇ ਡੋਮੈਸਟਿਕ ਯੂਜ਼ ਹੋਵੇ, ਉਹਦੇ ਵਾਸਤੇ ਉਹ ਇੱਥੇ ਸਤਲੁਜ ਦਾ ਪਾਣੀ ਦੀ ਵਰਤੋਂ ਕਰਦੇ ਆ। ਜਿਹਦੇ ਨਾਲ ਕੀ ਉਹਦੇ ਵਰਤੋਂ ਕਰਨ ਨਾਲ ਇਹ ਕੈਮੀਕਲਸ ਜਿਹੜੇ ਇਕੱਠੇ ਹੋ ਕੇ ਇਹ ਸਾਡੇ ਸਰੀਰ ਦੇ ਵਿੱਚ ਜਗ੍ਹਾ ਜਗ੍ਹਾ ਦੇ ਉੱਤੇ ਹਰ ਤਰ੍ਹਾਂ ਦੇ ਰੋਗ, ਸਕਿਨ ਦਾ ਰੋਗ, ਫੇਫੜਿਆਂ ਦੇ ਰੋਗ, ਸਾਡੇ ਦਿਲ ਦਾ ਰੋਗ, ਕੈਂਸਰ, इस तरह की गंभीर बीमारियां नूं यह फैला रहे हैं। कोई भी इंडस्ट्री, कोई भी डेयरी किसी भी तरह का डिस्चार्ज नहीं कर सकती, लिक्विड डिस्चार्ज नहीं छोड़ सकती पब्लिक डोमेन के अंदर। कानून ये है कि जो भी लिक्विड डिस्चार्ज है उसको ट्रीट करें और उसको रिसाइकिल करके रीट्रीट करके खुद ही कंज्यूम करें, कहीं बाहर ना छोड़ें उसको। कानून ये है, लेकिन ये लोग क्या कर रहे हैं कि बुढ़ा दरिया के अंदर, सीवरेज के अंदर छोड़े जा रहे हैं। ये गलत है, ये गैर कानूनी है और ये काम है पोल्यूशन कंट्रोल बोर्ड को देखना, ये काम है कारपोरेशन को देखना। ये लोग की मिली भगत है, सबका महीना पैसा बंधा हुआ होगा और वो पैसा अप टू चीफ मिनिस्टर जाता होगा। सब लोग की मिली भगत है, सबका महीना मंथली पैसा बंधा हुआ होगा। ਰਾਏਕੋਟ ਦੇ ਨਾਲ ਲੱਗਦੇ ਪਿੰਡ ਬਸਤੀਆਂ ਨਾਲ ਸੰਬੰਧਿਤ 16 ਸਾਲ ਦੇ ਨੌਜਵਾਨ ਦੀ ਕੈਨੇਡਾ ਦੇ ਐਡਮਿੰਟਨ ਦੇ ਵਿੱਚ ਕੁਝ ਨੌਜਵਾਨਾਂ ਦੇ ਵੱਲੋਂ ਤੇਜ਼ਧਾਰ ਹਥਿਆਰਾਂ ਦੇ ਨਾਲ ਉਸ ਨੂੰ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ। ਦੱਸ ਦਈਏ ਕਿ ਮ੍ਰਿਤਕ ਕਰਨਵੀਰ ਪਿਛਲੇ ਲੰਮੇ ਸਮੇਂ ਤੋਂ ਕੈਨੇਡਾ ਰਹਿ ਰਿਹਾ ਸੀ। ਕਰਨਵੀਰ ਤੇ ਹਮਲਾ ਕਰਨ ਵਾਲੇ ਵੀ ਪੰਜਾਬੀ ਮੂਲ ਦੇ ਨੌਜਵਾਨ ਨੇ। ਜਿਸ ਸਮੇਂ ਕਰਨਵੀਰ ਤੇ ਹਮਲਾ ਹੋਇਆ, ਉਸ ਦੇ ਪਿਤਾ
ਪੰਜਾਬ ਆਏ ਹੋਏ ਸੀ। ਇਸ ਵਾਰਦਾਤ ਦੀ ਸੂਚਨਾ ਮਿਲਦੇ ਹੀ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ। ਕੈਨੇਡਾ ਪੁਲਿਸ ਦੇ ਵੱਲੋਂ ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ। ਪੁੱਛਗਿੱਛ ਦੌਰਾਨ ਉਹਨਾਂ ਕਬੂਲ ਕੀਤਾ ਹੈ ਕਿ ਉਹਨਾਂ ਦਾ ਕਰਨਵੀਰ ਨਾਲ ਕੋਈ ਲੜਾਈ ਝਗੜਾ ਨਹੀਂ ਸੀ। ਕਿਸੇ ਹੋਰ ਦੇ ਭੁਲੇਖੇ ਵਿੱਚ ਉਸ ਤੇ ਹਮਲਾ ਕਰਨ ਦੀ ਵੀ ਗੱਲ ਆਖੀ ਗਈ ਹੈ। ਇਸ ਘਟਨਾ ਤੋਂ ਬਾਅਦ ਪੰਜਾਬੀ ਭਾਈਚਾਰੇ 'ਚ ਸੋਗ ਦੀ ਲਹਿਰ ਦੌੜ ਗਈ ਹੈ। ਤਕਰੀਬਨ ਇੱਕ ਹਫ਼ਤਾ ਪਿਛਲੇ ਸ਼ੁੱਕਰਵਾਰ ਦੀ ਘਟਨਾ ਜੀ। ਇਹ ਸਤਨਾਮ ਸਿੰਘ ਦਾ ਲੜਕਾ ਸੀ ਜੋ ਉੱਥੋਂ ਦੇ ਸਿਟੀਜ਼ਨ ਆ ਤੇ ਉਹ ਆਪਣੀ ਪੜ੍ਹਾਈ ਉੱਥੇ ਪੂਰੀ ਕਰ ਰਿਹਾ ਸੀ। ਬੱਚਾ ਲਾਇਕ ਸੀ ਤੇ ਉਸ ਤੇ ਭੁਲੇਖੇ ਨਾਲ ਉਧਰ ਕੈਨੇਡਾ ਦੇ ਜਿਹੜੇ ਹੋਰ ਪੜ੍ਹਨ ਵਾਲੇ ਮੁੰਡੇ ਸੀ ਉਹਨਾਂ ਨੇ ਭੁਲੇਖੇ ਨਾਲ ਉਹਨਾਂ ਦੇ ਅਟੈਕ ਕੀਤਾ। ਅਟੈਕ ਕਰਨ ਤੋਂ ਬਾਅਦ ਚਾਕੂ ਛੁਰੀ ਨਾਲ ਜਿਹੜਾ ਹਮਲਾ ਕੀਤਾ ਗਿਆ, ਉਸ ਤੋਂ ਬਾਅਦ ਫਿਰ ਉਹਨਾਂ ਨੂੰ ਉੱਥੇ ਐਡਮਿਟ ਕਰਾਇਆ ਗਿਆ। ਤਕਰੀਬਨ ਇੱਕ ਹਫ਼ਤਾ ਟ੍ਰੀਟਮੈਂਟ ਚੱਲਣ ਤੋਂ ਬਾਅਦ ਉਹਨਾਂ ਦੀ ਹੁਣ ਡੈਥ ਹੋ ਚੁੱਕੀ ਹੈ। ਅਸੀਂ ਤਾਂ ਇੰਡੀਆ ਦੀ ਐਮਬੈਸੀ ਨੂੰ ਵੀ ਬੇਨਤੀ ਕਰਦੇ ਹਾਂ, ਜੋ ਬੱਚੇ ਉੱਧਰ ਪੜ੍ਹਾਈ ਕਰਕੇ ਆਪਣੇ ਮਿਹਨਤ ਨਾਲ ਜਾਂਦੇ ਆ ਤੇ ਜਿਹੜੇ ਉਹਦੇ ਨਾਲ ਹਮਲੇ ਹੁੰਦੇ ਆ ਉਹਦੇ ਫਿਰ ਜੋ ਪੰਜਾਬੀ ਬੱਚੇ ਉਹ ਬਦਨਾਮ ਹੁੰਦੇ ਆ ਜੀ। ਤੇ ਉਧਰ ਚੰਡੀਗੜ੍ਹ ਰੋਡ ਤੇ ਇੱਕ ਅਹਾਤੇ ਦੇ ਵਿੱਚ ਭਿਆਨਕ ਅੱਗ ਲੱਗ ਗਈ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚੀਆਂ ਤੇ ਮੁਸ਼ੱਕਤ ਦੇ ਨਾਲ ਅੱਗ ਤੇ ਕਾਬੂ ਪਾਇਆ ਗਿਆ ਅਤੇ ਜਾਨੀ ਨੁਕਸਾਨ ਹੋਣ ਤੋਂ ਬਚਾ ਰਿਹਾ। ਦੱਸ ਦਈਏ ਕਿ ਅੱਗ ਲੱਗਣ ਦੇ ਕਾਰਨ ਸ਼ਾਰਟ ਸਰਕਟ ਨੂੰ ਮੰਨਿਆ ਜਾ ਰਿਹਾ ਹੈ। ਅੱਗ ਇੰਨੀ ਭਿਆਨਕ ਸੀ ਕਿ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਦੱਸ ਦਈਏ ਕਿ ਅਹਾਤੇ ਦੇ ਨਾਲ ਸ਼ਰਾਬ ਦਾ ਠੇਕਾ ਵੀ ਸੀ, ਜਿਸ ਕਾਰਨ ਕੋਈ ਵੱਡਾ ਨੁਕਸਾਨ ਵੀ ਹੋ ਸਕਦਾ ਸੀ, ਪਰ ਉਸ ਤੋਂ ਪਹਿਲਾਂ ਹੀ ਅੱਗ ਤੇ ਕਾਬੂ ਪਾ ਲਿਆ ਗਿਆ। ਇਹ ਸਰ ਸਾਨੂੰ 9:20 ਤੇ ਇਤਲਾਹ ਆਈ ਸੀਗੀ ਤੇ ਇਹ ਸਾਨੂੰ ਕਾਲ ਆਈ ਸੀਗੀ 9:20 ਤੇ। ਆਪਾਂ ਤੁਰੰਤ 4-5 ਮਿੰਟ 'ਚ ਰਿਪੋਰਟ ਕੀਤੀ ਔਰ ਇੱਕ ਗੱਡੀ ਆਈ ਸੀਗੀ ਤੇ ਆਪਾਂ ਇਹ ਹਾਤਾ ਸੀਗਾ ਪੂਰਾ ਕਵਰ ਸੀਗਾ, ਇਹ ਏਸੀ ਹਾਤਾ ਸੀਗਾ ਤੇ ਮੌਕੇ ਤੇ ਇਹਨੂੰ ਕੰਟਰੋਲ ਕੀਤਾ ਆਪਾਂ। ਦੇਖਿਆ ਗਿਆ ਜੀ ਮੌਕੇ ਤੇ ਨੁਕਸਾਨ ਜਿਹਦਾ ਹਾਈ ਵੋਲਟ ਦੀਆਂ ਤਾਰਾਂ ਵੀ ਉੱਪਰ ਸੀਗੀਆਂ। ਹਾਂਜੀ, ਇਹਨਾਂ ਨੂੰ ਦੇਖਣਾ ਚਾਹੀਦਾ ਸੀਗਾ ਪਹਿਲਾਂ ਕਿ ਇਹ ਮੌਕੇ ਤੇ ਉੱਪਰ ਵੱਡੀਆਂ ਤਾਰਾਂ ਨਿਕਲ ਰਹੀਆਂ 11,000 ਵੋਲਟ। ਠੀਕ ਹੈ ਜੀ, ਇਹਨਾਂ ਨੂੰ ਇਹ ਦੇਖਦੇ ਹੋਏ ਫਿਰ ਹੀ ਇਹਨਾਂ ਨੂੰ ਬਣਾਉਣਾ ਚਾਹੀਦਾ ਸੀਗਾ ਤੇ ਉਹਦੇ ਕਰਕੇ ਮੇਨ ਨੁਕਸਾਨ ਲੱਗਦਾ ਕਿ ਸ਼ਾਰਟ ਸਰਕਟ ਦੇ ਨਾਲ ਹੀ ਇਹ ਸਾਰੀ ਚੀਜ਼ਾਂ ਨੂੰ ਫੈਲ ਗਈ ਔਰ ਠੇਕੇ ਦਾ ਬਚਾਅ ਹੋ ਗਿਆ ਅੱਗ ਲੱਗਣ। ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ? ਨਹੀਂ ਜੀ, ਬਿਲकुल नहीं जी, कोई जानी नुकसान नहीं सीगा। मौके पे आके देखा कोई नहीं सीगा। सर आगे सर एक्चुअली सब्जी लेने गया था अभी रिसेंटली, मेरे को तो फोन आया कि आग लग गई है आते में। स्पार्क वगैरह हो रहा था, हो सकता है उससे शॉर्ट सर्किट हुआ। ਕਿੰਨਾ ਕੁ ਨੁਕਸਾਨ ਹੋ ਗਿਆ? नुकसान सर अपना हो गया सर 3 लाख रुपए का। ਤੇ ਇਹਦੇ ਵਿੱਚ ਕੀ ਸਮਾਨ ਸੀਗਾ? अरे सर फरंदे AC सीगे ਤੇ अपना क्या कहते काउंटर सीगे अपने ते अपना क्या कहते सिटिंग सोफे वगैरह सीगे, सारा कुछ सीगा सर। ਕੋਈ ਜਾਨੀ ਨੁਕਸਾਨ ਕੋਈ? जानी नुकसान कोई नहीं हुआ सर, ये ਜਿਹੜਾ है मटेरियल ही हैगा अपना। ਪੰਜਾਬੀ ਭਵਨ ਦੇ ਵਿੱਚ ਪੰਜਾਬੀ ਲੇਖਕ ਕਲਾਕਾਰ ਸੁਸਾਇਟੀ ਦੇ ਵੱਲੋਂ ਨਵੀਆਂ ਕਲਮਾਂ ਨਾਲ ਸਾਹਿਤਕ ਮਿਲਣੀ ਅਤੇ ਅੰਤਰਰਾਸ਼ਟਰੀ ਕਵੀ ਦਰਬਾਰ ਲਗਾਇਆ ਗਿਆ, ਜਿਸ ਵਿੱਚ ਦੇਸ਼ ਵਿਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਆਏ ਕਰੀਬ 52 ਕਵੀਆਂ ਤੇ ਕਵਿੱਤਰੀਆਂ ਨੇ ਹਿੱਸਾ ਲਿਆ। ਇਸ ਪ੍ਰੋਗਰਾਮ ਦੇ ਵਿੱਚ ਓਨਟਾਰੀਓ ਫਰੈਂਡਸ ਕਲੱਬ ਕੈਨੇਡਾ ਦੇ ਪ੍ਰਧਾਨ ਰਵਿੰਦਰ ਸਿੰਘ ਕੰਗ ਬਤੌਰ ਮੁੱਖ ਮਹਿਮਾਨ ਉਹਨਾਂ ਨੇ ਸ਼ਮੂਲੀਅਤ ਕੀਤੀ। ਇਸ ਵਿਸ਼ੇਸ਼ ਸਮਾਗਮ ਦੀ ਪ੍ਰਧਾਨਗੀ ਡਾਕਟਰ ਗੁਰਚਰਨ ਕੌਰ ਕੋਛਰ ਦੇ ਵੱਲੋਂ ਕੀਤੀ ਗਈ। ਇਸ ਮੌਕੇ ਉਹਨਾਂ ਨੇ ਇਸ ਸਮਾਗਮ 'ਚ ਸ਼ਾਮਲ ਹੋਣ ਦੇ ਲਈ ਦੇਸ਼ ਵਿਦੇਸ਼ ਤੋਂ ਆਏ ਕਵੀਆਂ ਦਾ ਧੰਨਵਾਦ ਵੀ ਕੀਤਾ। ਇਹ ਜਿਹੜੀ ਸੰਸਥਾ ਹੈ ਇਹ ਸਾਲ 2002 ਵਿੱਚ ਹੋਂਦ ਵਿੱਚ ਆਈ, ਅਪ੍ਰੈਲ ਦਾ ਹੀ ਮਹੀਨਾ ਸੀ ਤੇ ਨਿਰੰਤਰ 2 ਦਹਾਕੇ ਹੋ ਚੁੱਕੇ ਨੇ। ਅਸੀਂ ਨਿਰੰਤਰ ਪੰਜਾਬੀ ਮਾਂ ਬੋਲੀ, ਪੰਜਾਬੀ ਸਾਹਿਤ, ਪੰਜਾਬੀ ਸੱਭਿਆਚਾਰ ਤੇ ਹੋਰ ਕਲਾਵਾਂ ਦੀ ਪ੍ਰਚਾਰ ਲਈ, ਪ੍ਰਸਾਰ ਲਈ, ਵਿਕਾਸ ਲਈ, ਪ੍ਰਫੁੱਲਤਾ ਲਈ ਨਿਰੰਤਰ ਯਤਨ ਕਰ ਰਹੇ ਹਾਂ। ਜਿੱਥੇ ਅਸੀਂ ਇਸ ਸੁਸਾਇਟੀ ਵੱਲੋਂ ਅਸੀਂ ਕਿਤਾਬਾਂ ਜਿਹੜੀਆਂ ਲੇਖਾਂ ਦੀਆਂ ਲੋਕ ਅਰਪਣ ਕਰਵਾਉਂਦੇ ਹਾਂ, ਕਿਤਾਬਾਂ ਤੇ ਗੋਸ਼ਟੀਆਂ ਕਰਵਾਉਂਦੇ ਹਾਂ, ਲੇਖਕਾਂ ਦੇ ਰੂਬਰੂ ਕਰਾਉਂਦੇ ਹਾਂ, ਉੱਥੇ ਅਸੀਂ ਇਸ ਸੁਸਾਇਟੀ ਦੇ ਨਵੀਆਂ ਕਲਮਾਂ ਨਾਲ ਸਾਹਿਤਕ ਮਿਲਣੀ ਕਰਾਉਂਦੇ ਹਾਂ। ਜਿਹੜੀਆਂ ਸਾਡੀਆਂ ਨਵੀਆਂ ਕਲਮਾਂ ਨੇ ਉਹਨਾਂ ਨੂੰ ਉਤਸ਼ਾਹਿਤ ਕਰਦੇ ਹਾਂ, ਪੁਸਤਕ ਸੱਭਿਆਚਾਰ ਨਾਲ ਜੋੜ ਰਹੇ ਹਾਂ ਤੇ ਅੱਜ ਵੀ ਉਸੇ ਹੀ ਲੜੀ ਦੇ ਵਿੱਚ ਜਿਹੜਾ ਇਹ ਪ੍ਰੋਗਰਾਮ ਕਰਾਇਆ ਜਾ ਰਿਹਾ ਹੈ ਔਰ ਮੈਨੂੰ ਇਹ ਗੱਲ ਬਹੁਤ ਹੀ ਅੱਛੀ ਲੱਗ ਰਹੀ ਹੈ, ਮਾਣ ਮਹਿਸੂਸ ਕਰ ਰਹੀ ਹਾਂ ਕਿ ਅੱਜ ਦਾ ਜਿਹੜਾ ਸਾਡਾ ਕਵੀ ਦਰਬਾਰ ਹੈ ਉਹ ਅੰਤਰਰਾਸ਼ਟਰੀ ਕਵੀ ਦਰਬਾਰ ਹੈ। ਪੰਜਾਬੀ ਲੇਖਕ ਕਲਾਕਾਰ ਸੁਸਾਇਟੀ ਨਵੀਆਂ ਕਲਮਾਂ ਨੂੰ ਜੋ ਇਹ ਰੂਬਰੂ ਕਰ ਰਹੀ ਆ ਜਾਂ ਉਹਨਾਂ ਨੂੰ ਮੌਕਾ ਦੇ ਰਹੀ ਆ, ਇੱਕ ਬਹੁਤ ਹੀ ਵਧੀਆ ਉਪਰਾਲਾ ਹੈ। ਬੜਾ ਚੰਗਾ ਲੱਗਿਆ, ਬੜੀ ਖੁਸ਼ੀ ਹੋਈ। 1975-76 ਤੋਂ ਬਾਅਦ ਮੈਨੂੰ ਪਹਿਲੀ ਵਾਰੀ ਐਡਾ ਵਧੀਆ ਪ੍ਰੋਗਰਾਮ ਮਿਲਿਆ ਜਿੱਥੇ ਨਵੀਆਂ ਕਲਮਾਂ ਨੂੰ ਇੰਨਾ ਉਤਸ਼ਾਹਿਤ ਕੀਤਾ ਇਹਨਾਂ ਨੇ ਔਰ ਇੰਨਾ ਵਧੀਆ ਉਹਨਾਂ ਨੇ ਪ੍ਰੋਗਰਾਮ ਦਿੱਤਾ। ਮੈਂ ਗੁਰਚਰਨ ਕੋਚਰ ਜੀ ਉਹਨਾਂ ਨੂੰ, ਡਾਕਟਰ ਸਾਹਿਬ ਉਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਜਿਹੜਾ ਇੰਨਾ ਵਧੀਆ ਪ੍ਰੋਗਰਾਮ ਉਹਨਾਂ ਨੇ ਉਲੀਕਿਆ ਔਰ ਮੈਨੂੰ ਵੀ ਇੱਥੇ ਆਉਣ ਦਾ ਮੌਕਾ ਦਿੱਤਾ। ਮੈਂ ਅੰਟਾਰੀਓ ਫਰੈਂਡ ਕਲੱਬ ਵੱਲੋਂ ਜੋ ਕਿ ਇੱਕ ਇੰਟਰਨੈਸ਼ਨਲ ਸੰਸਥਾ ਹੈ, ਮੈਂ ਉਹਦੇ ਵੱਲੋਂ ਭੈਣ ਜੀ ਉਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ। ਬਹੁਤ ਖੁਸ਼ੀ ਹੋਈ ਤੇ ਬਹੁਤ ਚੰਗਾ ਲੱਗਿਆ।
ਉਧਰ ਡਾਕਟਰ BR ਅੰਬੇਦਕਰ ਦੇ ਜਨਮ ਦਿਹਾੜੇ ਨੂੰ ਸਮਰਪਿਤ ਭਾਰਤੀ ਵਾਲਮੀਕ ਆਦਿ ਧਰਮ ਸਮਾਜ ਦੇ ਵੱਲੋਂ ਸਿੱਖਿਆ ਸੰਮੇਲਨ ਅਤੇ ਨਵ ਨਿਯੁਕਤ ਆਮ ਆਦਮੀ ਪਾਰਟੀ ਦੇ MLA ਨੂੰ ਸਨਮਾਨਿਤ ਕਰਨ ਦੇ ਲਈ ਖਾਸ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਵਿਧਾਇਕ ਗੁਰਪ੍ਰੀਤ ਗੋਗੀ ਦੀ ਧਰਮ ਪਤਨੀ ਨੇ ਖਾਸ ਤੌਰ ਤੇ ਸ਼ਮੂਲੀਅਤ ਕੀਤੀ। ਇਸ ਸਮਾਗਮ ਦੇ ਵਿੱਚ ਡਾਕਟਰ BR ਅੰਬੇਦਕਰ ਦੇ ਵਿਚਾਰਾਂ ਤੇ ਚੱਲ ਕੇ ਦੇਸ਼ ਦੇ ਹੋਣਹਾਰ ਨਾਗਰਿਕ ਬਣਨ ਦਾ ਸੰਦੇਸ਼ ਦਿੱਤਾ ਗਿਆ। मैं जतिंदर बाली राष्ट्रीय ऑफिस ਸਕੱਤਰ ਭਾਰਤੀ ਵਾਲਮੀਕੀ ਆਦਿ ਧਰਮ ਸਮਾਜ। ਅੱਜ ਅਸੀਂ ਇੱਥੇ ਬਾਬਾ ਸਾਹਿਬ ਦਾ 131ਵਾਂ ਜਨਮ ਦਿਵਸ ਮਨਾਇਆ ਹੈ, ਜਿਸ ਨੂੰ ਕਿ ਇੱਕ ਸਿੱਖਿਆ ਸੈਮੀਨਾਰ ਦੇ ਰੂਪ ਦੇ ਵਿੱਚ ਮਨਾਇਆ ਹੈ, ਜਿਹਦੇ ਵਿੱਚ ਬਾਬਾ ਸਾਹਿਬ ਦੀ ਸਿੱਖਿਆਵਾਂ ਬਾਰੇ ਜਾਣੂ ਕਰਾਇਆ ਗਿਆ। ਆਏ ਹੋਏ ਸਾਰੇ ਹੀ ਮੈਂਬਰ ਸਾਹਿਬਾਨ ਨੂੰ ਅਤੇ ਅੱਜ ਆਮ ਆਦਮੀ ਪਾਰਟੀ ਦੇ ਨਵ ਨਿਯੁਕਤ MLA ਸਾਹਿਬਾਨਾਂ ਦਾ ਭਾਰਤੀ ਵਾਲਮੀਕੀ ਆਦਿ ਧਰਮ ਸਮਾਜ ਵੱਲੋਂ ਵਿਸ਼ੇਸ਼ ਸਨਮਾਨ ਸਮਾਰੋਹ ਵੀ ਕੀਤਾ ਗਿਆ, ਜਿਸ ਦੇ ਵਿੱਚ ਵਿਸ਼ੇਸ਼ ਤੌਰ ਤੇ ਸਾਡੇ ਵਿੱਚ ਗੁਰਪ੍ਰੀਤ ਗੋਗੀ ਸਾਹਿਬ ਜੀ ਦੇ ਮੈਸੇਜ ਜੀ ਪਹੁੰਚੇ ਨੇ ਅਤੇ ਸਾਡੇ ਹੋਰ ਵੀ ਜਿਹੜੇ MLA ਸਾਹਿਬਾਨ ਨੇ ਉਹ ਇਸ कार्यक्रम ਦੇ ਵਿੱਚ ਸ਼ਿਰਕਤ ਕਰ ਰਹੇ ਨੇ। ਹਾਂਜੀ, ਜੈ ਭੀਮ ਜੈ ਭਾਰਤ। ਅੱਜ ਆਪਾਂ ਆਪਣੇ ਡਾਕਟਰ ਅੰਬੇਦਕਰ ਜੀ ਦਾ ਜਨਮ ਦਿਨ ਤਾਂ ਉਹਨਾਂ ਦਾ 14 ਤਰੀਕ ਲੰਘ ਚੁੱਕਾ। ਚਲੋ ਅਸੀਂ ਅੱਜ ਉਸ ਬਾਰੇ ਥੋੜੀ ਜੀ ਉਹਨਾਂ ਦੀਆਂ ਸਿੱਖਿਆਵਾਂ ਬਾਰੇ ਥੋੜਾ ਜਿਹਾ ਆਪਾਂ ਡਿਟੇਲ ਦੇ ਵਿੱਚ ਆਪਣਾ ਸਾਰਾ ਵਾਲਮੀਕ ਭਾਈਚਾਰਾ ਹੋਰ ਵੀ ਸਾਰੇ ਭਾਈਚਾਰੇ ਇੱਥੇ ਇਕੱਠੇ ਹੋਏ ਆ ਤਾਂ ਕਿ ਅਸੀਂ ਬਾਬਾ ਅੰਬੇਦਕਰ ਜੀ ਦੀਆਂ ਦਿੱਤੀਆਂ ਹੋਈਆਂ ਗਾਈਡਲਾਈਨਸ ਦੇ ਉੱਤੇ ਸਿੱਖਿਆਵਾਂ ਨੂੰ ਹੋਰ ਪ੍ਰਫੁੱਲਤ ਕਰ ਸਕੀਏ। ਕਿਉਂਕਿ ਦੇਖੋ ਇਨਸਾਨ ਜਦ ਤੱਕ ਜਿੰਦਾ ਹੈ ਤਦ ਤੱਕ ਉਹ ਕੁਛ ਨਾ ਕੁਛ ਸਿੱਖਦਾ ਰਹਿੰਦਾ। ਉਹ ਪਰਫੈਕਟ ਨਹੀਂ ਹੈ ਕਿ ਮੈਂ ਸਾਰਾ ਕੁਝ ਸਿੱਖ ਲਿਆ ਤੇ ਮੈਨੂੰ ਸਾਰਾ ਕੁਝ ਆ ਗਿਆ। ਜਦ ਤੱਕ ਇਨਸਾਨ ਜਿੰਦਾ ਹੈ ਕੁਛ ਨਾ ਕੁਛ ਆਪਾਂ ਸਿੱਖਦੇ ਰਹਿੰਦੇ ਹਾਂ। ਸ਼੍ਰੀ ਗੋਪੀਨਾਥ ਲਾਲ ਜੀ ਮੰਦਿਰ ਟਰਸਟ ਦੇ ਵੱਲੋਂ ਲੁਧਿਆਣਾ ਦੇ ਚੰਡੀਗੜ੍ਹ ਰੋਡ ਤੇ ਸਥਿਤ ਇੱਕ ਪਾਰਕ ਦੇ ਵਿੱਚ ਧਾਰਮਿਕ ਸਮਾਗਮ ਕਰਵਾਇਆ ਗਿਆ। ਕਰੀਬ 3 ਦਿਨਾਂ ਤੱਕ ਚੱਲੇ ਇਸ ਧਾਰਮਿਕ ਪ੍ਰੋਗਰਾਮ ਦੇ ਪਹਿਲੇ ਦਿਨ ਦੀ ਸ਼ੁਰੂਆਤ ਦੇਵ ਪੂਜਨ ਤੇ ਹਵਨ ਯੱਗ ਦੇ ਨਾਲ ਕੀਤੀ ਗਈ ਅਤੇ ਦੂਜੇ ਦਿਨ ਸ਼੍ਰੀ ਰਾਮਾਇਣ ਜੀ ਦਾ ਅਖੰਡ ਪਾਠ ਅਤੇ ਸ਼੍ਰੀ ਹਨੂਮਾਨ ਜਯੰਤੀ ਸੰਸਕ੍ਰਿਤਨ ਕਰਵਾਇਆ ਗਿਆ ਅਤੇ ਤੀਸਰੇ ਦਿਨ ਇਸ ਧਾਰਮਿਕ ਸਮਾਗਮ ਦੀ ਸਮਾਪਤੀ ਸ਼੍ਰੀ ਰਾਮਾਇਣ ਜੀ ਦੇ ਪਾਠ सत्संग भजन कीर्तन ते श्री लाल जी महाराज के भंडारे नाल की गई। पंजाब की धरती पे आज आके बड़ी प्रसन्नता हो रही है। आज पंजाब लुधियाना की संगत ने जगत गुरु गोस्वामी श्री लाल जी महाराज जी का वार्षिक उत्सव बड़ी धूमधाम से मनाया। ये गोपीनाथ श्री लाल जी मंदिर गार्डन सिटी में 3 दिवसीय कार्यक्रम रखा गया था। प्रथम दिवस में देव पूजन और हवन यज्ञ हुआ। दूसरे दिन श्री रामायण जी का अखंड पाठ प्रारंभ हुआ और कल हनुमान जयंती थी और शाम को हनुमान जयंती का भी सत्संग हुआ। आज सुबह रामायण जी के अखंड पाठ की समाप्ति हुई। उसके बाद में श्री लाल जी संकीर्तन मंडल द्वारा बहुत सुंदर सत्संग भजन कीर्तन का यहाँ पे आयोजन किया गया और भंडारे का लंगर का आयोजन किया गया। हमारे सदगुरु लाल जी महाराज सदगुरु बुढ़िया वाले उनका जन्मदिन यहाँ सारी संगत के साथ मनाया गया है और ऐसा ही हर साल आज के दिन ही उनका जन्मदिन मनाया जाता रहेगा और सबको बहुत बधाई। ਲੁਧਿਆਣਾ ਦੇ ਵਿੱਚ ਸੈਲੀਬ੍ਰੇਸ਼ਨ ਕਲੱਬ ਦੇ ਵੱਲੋਂ ਡਾਂਡੀਆ ਇਵੈਂਟ ਕਰਵਾਇਆ ਗਿਆ, ਜਿਸ ਵਿੱਚ ਸ਼ਹਿਰ ਦੀਆਂ ਕਈ ਨਾਮੀ ਹਸਤੀਆਂ ਨੇ ਭਾਗ ਲਿਆ। ਇਸ ਇਵੈਂਟ ਦੇ ਵਿੱਚ ਔਰਤਾਂ ਵੱਲੋਂ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਦੇ ਵਿੱਚ ਸ਼ਹਿਰ ਵਾਸੀਆਂ ਨੇ ਆਪਣੀ ਮੌਜੂਦਗੀ ਦਰਜ ਕਰਵਾਈ। नमस्ते, मेरा नाम भव्या गुप्ता है और आज यहाँ पे हम सेलिब्रेशन क्लब के एक इवेंट डांडिया क्वींस मनाने के लिए इकट्ठे हुए हैं। और ये एक ऐसा क्लब है जहाँ पर हर त्यौहार हर ओकेजन बहुत ही खुशी से मनाया जाता है और यहाँ के जो भी ऑर्गेनाइजर्स हैं वो इवेंट को इतने अच्छे से यहाँ पे ऑर्गेनाइज करते हैं जिससे हमारा मन खुश होता है, साथ में सारी लेडीज़ को इकट्ठे होने का मौका मिलता है। आई एम रूबी चोपड़ा, ऑर्गेनाइजर ऑफ सेलिब्रेशन क्लब। हमने ये लेडीज़ का एक क्लब ऑर्गेनाइज़ किया है, इसमें 100 अबव लेडीज़ हैं, तो हर महीने हम कोई ना कोई इवेंट्स दे रहे हैं। आज का हमारा डांडिया क्वींस का इवेंट है जो महाराजा प्लाजो में हो रहा है और हमारे साथ बहुत अच्छे अच्छे स्पॉन्सर्स और बहुत अच्छे मतलब ऑर्गेनाइजर्स भी जुड़े हुए हैं जो कि इस इवेंट को 4 चांद लगा रहे हैं। तो लेडीज़ हमारे ग्रुप के साथ मतलब आके इसमें सेलिब्रेशन क्लब में आके बहुत खुश हैं और हमारे मेंबर्स लगातार बढ़ रहे हैं। तो आगे से भी हम कोशिश करेंगे लगातार इनको अच्छे से अच्छे इवेंट दें
तो आज देखते हैं कि क्या धमाल मचाती हैं लेडीज़। सत श्री अकाल, मेरा नाम शिफाली सिंगला है। हम यहाँ सेलिब्रेशन क्लब के, इन्होंने हमें यहाँ पे इनवाइट किया था। ये क्लब बहुत ही ज़्यादा अच्छा है। आज इतनी डिफरेंट गेम्स यहाँ पे प्ले करवाई जा रही हैं। सब लेडीज़, हम सारे यहाँ पे ट्रेडिशनल ड्रेसेस, एथनिक्स में सबको बुलाया गया है और यहाँ पे आज डांडिया का इवेंट हो रहा है। एंड अब हम चाहते हैं कि यहाँ पे और अच्छे ऐसे इवेंट्स ये क्लब लेके आए हमारे लिए, ताकि हमें एक हौसला अफजाई मिले कि सब लेडीज़ को एक आगे लेके आने का प्रोत्साहन जो ये सेलिब्रेशन क्लब कर रहे हैं, तो उसके लिए बहुत सारी इनके लिए तालियां बजानी चाहिए। थैंक यू सेलिब्रेशन क्लब फॉर इनवाइटिंग अस टू दिस इवेंट। ਤੇ ਇਸ ਦੇ ਨਾਲ ਹੀ ਵੇਲਾ ਹੋ ਗਿਆ ਤੁਹਾਡੇ ਤੋਂ ਆਗਿਆ ਲੈਣ ਦਾ। ਜਾਣ ਤੋਂ ਪਹਿਲਾਂ ਇੱਕ ਵਾਰ ਮੁੜ ਤੋਂ ਨਜ਼ਰ ਪਾਉਂਦੇ ਆ ਹੈਡਲਾਈਨਸ ਦੇ ਉੱਤੇ। ਲੁਧਿਆਣਾ ਦੇ ਬਚਤ ਭਵਨ ਦੇ ਵਿੱਚ ਵਿਕਾਸ ਕਾਰਜਾਂ ਨੂੰ ਲੈ ਕੇ ਹੋਈ ਬੈਠਕ। ਰਵਨੀਤ ਬਿੱਟੂ, ਵਿਧਾਇਕ ਗੋਗੀ ਸਮੇਤ ਕਈ ਅਧਿਕਾਰੀ ਰਹੇ ਮੌਜੂਦ। ਰੇਤ ਮਾਫੀਆ ਦੇ ਮੁੱਦੇ ਤੇ ਬੋਲੇ ਗੁਰਪ੍ਰੀਤ ਗੋਗੀ। ਰਵਨੀਤ ਬਿੱਟੂ ਨੇ ਆਮ ਆਦਮੀ ਪਾਰਟੀ ਤੇ ਸਾਧੇ ਨਿਸ਼ਾਨੇ। ਪਬਲਿਕ ਐਕਸ਼ਨ ਕਮੇਟੀ ਦੇ ਮੈਂਬਰਾਂ ਨੇ ਪੀਪੀਸੀਬੀ ਦੇ ਅਧਿਕਾਰੀਆਂ ਤੇ ਲਾਏ ਇਲਜ਼ਾਮ। ਪੀਪੀਸੀਬੀ ਦੇ ਅਧਿਕਾਰੀਆਂ ਖਿਲਾਫ ਐਫਆਈਆਰ ਦਰਜ ਕਰਨ ਦੀ ਕੀਤੀ ਦਰਖਾਸਤ। ਕਿਹਾ ਅਧਿਕਾਰੀਆਂ ਦੀ ਅਣਗਹਿਲੀ ਕਰਕੇ ਬੁੱਢਾ ਦਰਿਆ ਹੋ ਰਿਹਾ ਹੈ ਜ਼ਹਿਰੀਲਾ। ਰਾਏਕੋਟ ਦੇ 16 ਸਾਲਾ ਨੌਜਵਾਨ ਦੀ ਕੈਨੇਡਾ 'ਚ ਹੱਤਿਆ। ਤੇਜ਼ਧਾਰ ਹਥਿਆਰਾਂ ਦੇ ਨਾਲ ਪੰਜਾਬੀ ਮੂਲ ਦੇ ਨੌਜਵਾਨਾਂ ਨੇ ਹੀ ਕੀਤੀ ਵਾਰਦਾਤ। ਪਰਿਵਾਰ ਤੇ ਟੁੱਟਿਆ ਦੁੱਖਾਂ ਦਾ ਪਹਾੜ। ਕੈਨੇਡਾ ਪੁਲਿਸ ਨੇ ਮੁਲਜ਼ਮ ਕੀਤੇ ਗ੍ਰਿਫਤਾਰ। ਪੰਜਾਬੀ ਭਵਨ ਦੇ ਵਿੱਚ ਕਰਵਾਇਆ ਗਿਆ ਕਵੀ ਦਰਬਾਰ। ਕਰੀਬ 52 ਕਵੀਆਂ ਤੇ ਕਵਿਤਰੀਆਂ ਨੇ ਲਿਆ ਹਿੱਸਾ। ਮੁੱਖ ਮਹਿਮਾਨ ਦੇ ਤੌਰ ਤੇ ਕਈ ਆਗੂ ਰਹੇ ਮੌਜੂਦ। ਸੈਲੀਬ੍ਰੇਸ਼ਨ ਕਲੱਬ ਨੇ ਲੁਧਿਆਣਾ 'ਚ ਕਰਵਾਇਆ ਡਾਂਡੀਆ ਇਵੈਂਟ। ਸ਼ਹਿਰ ਦੀਆਂ ਕਰੀਬ 100 ਔਰਤਾਂ ਨੇ ਲਿਆ ਹਿੱਸਾ। अपनी खुशी का कीता प्रगटावा। तो फिलहाल लुधियाना खबरनामा दे विच इन्ना ही। लगातार बने रहो साडे नाल। धन्नवाद।